225वें श्लोक अंदर कबीर साहब फरमान करते हैं, कबीर राम रतन मुख कोथरी, पारख आगे खोल, कोई आए मिले गो गाह की, ले गो महंगे मोल। सब तो पहली गल है कि पदार्थ भावें कितना भी कीमती क्यों ना होवे, जे उस पदार्थ दे गुणां दी समझ नहीं, पदार्थ दी परख नहीं, तां उस दा मुੱਲ नहीं पाया जा सकता। ਕਰੋੜਾਂ ਦੀ ਵਸਤੂ ਵੀ ਪਾਰਖੂ ਅਤੇ ਕਦਰਦਾਨ ਤੋਂ ਬਗੈਰ ਕੌਡੀ ਮੁੱਲ ਨਹੀਂ ਪਵਾਉਂਦੀ। ਕਾਰਨ ਸਪਸ਼ਟ ਹੈ ਕਿ ਪਾਰਖੂ ਨਹੀਂ। ਜਿਸ ਨੂੰ ਇਹ ਪਤਾ ਹੋਵੇ ਕਿ ਇਸ ਵਸਤੂ ਤੋਂ ਇਸ ਪਦਾਰਥ ਤੋਂ ਕੀ ਲਾਭ ਮਿਲ ਸਕਦੇ ਨੇ, ਕੀ ਲਾਹਾ ਲਿਆ ਜਾ ਸਕਦਾ ਹੈ, ਇਸ ਦੇ ਗੁਣ ਕੀ ਹਨ। ਭਾਈ ਸਾਹਿਬ ਭਾਈ ਗੁਰਦਾਸ ਜੀ ਦੀ ਇੱਕ ਪੰਕਤੀ ਹੈ, ਰਤਨ ਮਣੀ ਗਲ ਬਾਂਦਰੈ ਕਿ ਹੁਕੀਮ ਨਾ ਜਾਣੈ। ਅਮੋਲਕ ਮਣੀ ਪਰੋ ਕੇ ਰਤਨ ਪਰੋ ਕੇ ਮਦਾਰੀ ਨੇ ਬਾਂਦਰ ਦੇ ਗਲ ਪਾ ਦਿੱਤਾ। ਪਤਾ ਮਦਾਰੀ ਨੂੰ ਵੀ ਨਹੀਂ ਕਿ ਇਹ ਕੀਮਤੀ ਰਤਨ ਹੈ। ਅਗਰ ਉਸ ਨੂੰ ਹੀ ਪਰਖ ਹੁੰਦੀ ਤਾਂ ਜ਼ਿੰਦਗੀ ਭਰ ਲਈ ਡੁਗਡੁਗੀ ਵਜਾ ਕੇ ਘਰ ਘਰ ਅੱਗੇ ਗਲੀਆਂ ਬਾਜ਼ਾਰਾਂ ਵਿੱਚ ਬਾਂਦਰ ਦਾ ਤਮਾਸ਼ਾ ਦਿਖਾਉਣ ਦੀ ਝੰਜਟ ਉਸ ਦੀ ਸਮਾਪਤ ਹੋ ਜਾਂਦੀ। ਇੱਕ ਕੀਮਤੀ ਰਤਨ ਉਸ ਨੂੰ ਇਸ ਕਾਬਿਲ ਬਣਾ ਦਿੰਦਾ ਕਿ ਉਹ ਸਾਰੀ ਜ਼ਿੰਦਗੀ ਜੀਵਨ ਦੀਆਂ ਸਾਰੀਆਂ ਲੋੜਾਂ ਪੂਰੀਆਂ ਕਰਨ ਦੇ ਸਮਰੱਥ ਹੋ ਜਾਂਦਾ। ਰਤਨ ਇਤਨਾ ਕੀਮਤੀ ਵੀ ਹੋ ਸਕਦਾ ਹੈ, ਲੇਕਿਨ ਉਸ ਨੂੰ ਪਰਖ ਨਹੀਂ। ਉਸ ਨੂੰ ਕੇਵਲ ਇੰਨਾ ਪਤਾ ਲੱਗਾ ਹੈ ਕਿ ਚੀਜ਼ ਚਮਕਦੀ ਹੈ। ਜੇ ਬਾਂਦਰ ਦੇ ਗਲੇ ਪਾ ਦਿਆਂਗਾ, ਲੋਕਾਂ ਨੇ ਤਮਾਸ਼ਾ ਦੇਖਣਾ, ਇਹ ਚਮਕਦੀ ਚੀਜ਼ ਇਸ ਦਾ ਸ਼ਿੰਗਾਰ ਬਣ ਜਾਏਗੀ, ਚੰਗੀ ਲੱਗੇਗੀ। ਜੇ ਮਦਾਰੀ ਨੂੰ ਪਤਾ ਨਹੀਂ ਤੇ ਪਤਾ ਬਾਂਦਰ ਨੂੰ ਵੀ ਨਹੀਂ। ਸਾਰੀ ਜ਼ਿੰਦਗੀ ਇਹ ਰਤਨ ਬਾਂਦਰ ਦੀ ਗਰਦਨ ਤੇ ਲਟਕਦਾ ਰਹੇ ਤਾਂ ਵੀ ਬਾਂਦਰ ਇਸ ਦਾ ਕੋਈ ਲਾਭ ਨਹੀਂ ਲੈ ਸਕਦਾ। ਮਦਾਰੀ ਫੁੱਟੀ ਕੌਡੀ ਨਹੀਂ ਇਸ ਦੇ ਬਦਲੇ ਪ੍ਰਾਪਤ ਕਰ ਸਕਦਾ। ਇਉਂ ਹੀ ਜ਼ਿੰਦਗੀ ਵਿੱਚ ਬਹੁਤ ਐਸੀਆਂ ਚੀਜ਼ਾਂ ਹਨ, ਜੇ ਆਦਮੀ ਗੌਰ ਕਰਕੇ ਦੇਖਣ ਲੱਗ ਪਵੇ ਤੇ ਮੁੱਲ ਬਿਆਨ ਹੀ ਨਾ ਕੀਤਾ ਜਾ ਸਕੇ। ਲੇਕਿਨ ਇਹ ਮਨੁੱਖ ਉਹਨਾਂ ਅਮੋਲਕ ਵਸਤੂਆਂ ਨੂੰ ਬਿਲਕੁਲ ਬੇਕਾਰ ਗਵਾ ਬੈਠਦਾ ਹੈ। ਸਰੀਰ ਦੇ ਇੰਦਰੇ ਹੀ ਲੈ ਲਓ, ਨੇਤਰਾਂ ਦੀ ਕੀ ਕੀਮਤ ਹੋਵੇਗੀ? ਪੁੱਛੋ ਉਸ ਵਿਅਕਤੀ ਨੂੰ ਜਿਸ ਨੂੰ ਜਨਮ ਤੋਂ ਨੇਤਰ ਨਾ ਮਿਲੇ ਹੋਣ। ਕੰਨਾਂ ਦਾ ਕੀ ਮੁੱਲ ਹੈ? ਉਸ ਵਿਅਕਤੀ ਪਾਸੋਂ ਕਦੀ ਪੁੱਛਿਆ ਜਾਏ ਜਿਸ ਨੂੰ ਸੁਣਾਈ ਨਹੀਂ ਦਿੰਦਾ। ਉਹ ਸੁਣਨ ਵਾਸਤੇ ਸੰਗੀਤ ਦਾ ਰਸ ਮਾਣਨ ਲਈ ਕਿੰਨੇ ਤਰਲੇ ਕਰਦਾ ਹੋਵੇਗਾ। ਮਨ ਵਿੱਚ ਕਿੰਨੀਆਂ ਕਲਪਨਾਵਾਂ ਉੱਠਦੀਆਂ ਹੋਣਗੀਆਂ।
ਜ਼ਬਾਨ ਦਾ ਮੁੱਲ ਕੀ ਹੈ, ਕਿਸੇ ਗੂੰਗੇ ਨੂੰ ਪੁੱਛੋ। ਪਰ ਮਨੁੱਖ ਦੀਆਂ ਕਮਜ਼ੋਰੀਆਂ ਵਿੱਚ ਇੱਕ ਕਮਜ਼ੋਰੀ ਇਹ ਵੀ ਹੈ ਕਿ ਜੋ ਵਸਤੂ ਇਸ ਨੂੰ ਮੁਫਤ ਵਿੱਚ ਮਿਲ ਜਾਏ, ਭਾਵੇਂ ਉਹ ਕਿਤਨੀ ਕੀਮਤੀ ਕਿਉਂ ਨਾ ਹੋਵੇ, ਇਹ ਉਸ ਦੀ ਕਦਰ ਨਹੀਂ ਕਰਦਾ। ਬਹੁਤ ਘੱਟ ਕਦਰ ਜਾਣਦਾ ਹੈ, ਨਾ ਕਦੀ ਸੋਚਣ ਦਾ ਯਤਨ ਹੀ ਕਰਦਾ ਹੈ ਕਿ ਇਹ ਕਿਤਨੀ ਕੀਮਤੀ ਵਸਤੂ ਹੋਵੇਗੀ। ਸਭ ਤੋਂ ਬੇਕਾਰ ਅਸੀਂ ਗਵਾਉਂਦੇ ਹਾਂ ਜ਼ਿੰਦਗੀ ਦੇ ਸਵਾਸਾਂ ਨੂੰ, ਸਮੇਂ ਨੂੰ, ਜੋ ਕਿ ਸਭ ਤੋਂ ਵੱਧ ਸੰਸਾਰਕ ਦ੍ਰਿਸ਼ਟੀਕੋਣ ਤੋਂ ਦੇਖਿਆ ਕੀਮਤੀ ਹੈ। ਸਭ ਤੋਂ ਬੇਕਾਰ ਗਵਾਉਂਦੇ ਹਾਂ ਸਭ ਤੋਂ ਕੀਮਤੀ ਵਸਤੂ। ਸਵਾਸਾਂ ਦੀ ਪੂੰਜੀ ਜਿਸ ਦਿਨ ਸਮਾਪਤ ਹੁੰਦੀ ਹੈ, ਉਸ ਵੇਲੇ ਝੰਜੋੜਿਆ ਜਾਂਦਾ ਹੈ ਇਹ ਮਨੁੱਖ ਕਿ ਬੇਕਾਰ ਗਵਾ ਲਈ। ਇੱਕ ਦਿਹਾੜਾ ਵੀ ਜ਼ਿੰਦਗੀ ਦਾ ਖਰੀਦਿਆ ਨਾ ਜਾ ਸਕੇਗਾ। ਇੱਕ ਦਿਨ ਤਾਂ ਦੂਰ, ਸਵਾਸ ਖਰੀਦਣਾ ਇੱਕ ਵੀ ਮੁਸ਼ਕਿਲ, ਅਸੰਭਵ। ਨਿੰਦਾ ਬਖੀਲੀ ਵਿੱਚ ਲਾ ਕੇ ਗਵਾ ਲੈ, ਆਪਣੀਆਂ ਸਿਫਤਾਂ ਦੇ ਪੁਲ ਬਣਦਿਆਂ ਵਿਕਾਰਾਂ ਵਿੱਚ ਇਸ ਸਮੇਂ ਨੂੰ ਅਜਾਈਂ ਹੀ ਗਵਾ ਦਿੱਤਾ। ਜਾਣ ਵੇਲੇ ਹੱਥ ਖਾਲੀ ਦੇ ਖਾਲੀ ਉਸ ਮਨੁੱਖ ਦੇ ਵੀ, ਜੋ ਬੜੇ ਦਾਈਏ ਬਣਦਾ ਸੀ ਕਿ ਮੈਂ ਖਜ਼ਾਨੇ ਭਰ ਲਏ ਹਨ। ਜਿੱਥੇ ਇਹ ਸੰਸਾਰ ਵਿੱਚ ਦਿਖਾਈ ਦਿੰਦੇ ਪਦਾਰਥ ਅਮੋਲਕ ਨੇ ਤੇ ਮਨੁੱਖ ਕਦਰ ਨਹੀਂ ਕਰਦਾ, ਉੱਥੇ ਪਰਮਾਤਮਾ ਦੇ ਨਾਮ ਦੀ ਸਮਝ ਵਾਲੇ ਲੋਕਾਂ ਨੇ ਆਖਿਆ ਕਿ ਇਹਨਾਂ ਸਾਰੇ ਪਦਾਰਥਾਂ ਨਾਲੋਂ ਵੀ ਕੀਮਤੀ ਨੇ ਪ੍ਰਭੂ ਨਾਮ ਦੇ ਮੋਤੀ। ਕਬੀਰ ਜੀ ਦੇ ਇੱਕ ਇੱਕ ਬਚਨ ਨੂੰ ਸਮਝਣ ਦੀ ਲੋੜ ਹੈ। ਕੋਥਰੀ ਦੀ ਜ਼ਰੂਰਤ ਬਟੂਏ ਦੀ, ਗੁੱਥੀ ਦੀ, ਜਾਂ ਜਿਸ ਥਾਂ ਤੇ ਚੀਜ਼ ਸੰਭਾਲ ਕੇ ਰੱਖਣੀ ਹੈ, ਉਸ ਸੰਭਾਲ ਵਾਲੇ ਅਸਥਾਨ ਦੀ ਜਾਂ ਵਸਤੂ ਦੀ ਜ਼ਰੂਰਤ ਬਾਅਦ ਵਿੱਚ ਹੈ। ਪਹਿਲੇ ਪਦਾਰਥ ਤਾਂ ਪਾਸ ਹੋਣਾ ਚਾਹੀਦਾ ਹੈ। ਬਟੂਆ ਬਣਾ ਲਿਆ ਹੈ, ਵਿੱਚ ਰੱਖਣ ਵਾਸਤੇ ਫੁੱਟੀ ਕੌਡੀ ਨਹੀਂ, ਤੇ ਉਹ ਬਟੂਆ ਵੀ ਕਿਸ ਅਰਥ। ਕੋਠੀ ਬਣਾ ਲਈ ਹੈ ਕੋਠੜੀ, ਲੇਕਿਨ ਖਾਲੀ ਪਈ ਹੈ, ਜ਼ਖੀਰਾ ਕੋਈ ਵੀ ਨਹੀਂ। ਉਸ ਦਾ ਕੀ ਅਰਥ ਹੋਇਆ? ਇਸ ਲਈ ਕਬੀਰ ਸਾਹਿਬ ਨੇ ਤਰਤੀਬ ਵਿੱਚ ਚਰਚਾ ਕੀਤੀ ਕਿ ਪਹਿਲਾਂ ਤਾਂ ਨਾਮ ਦਾ ਰਤਨ ਤੇਰੇ ਪਾਸ ਹੋਣਾ ਚਾਹੀਦਾ ਹੈ। ਸਭ ਤੋਂ ਮੁੱਢਲੀ ਬੁਨਿਆਦੀ ਗੱਲ ਇਹ ਹੈ। ਰਾਮ ਦਾ ਰਤਨ, ਪ੍ਰਭੂ ਨਾਮ ਦਾ ਰਤਨ। ਇਸ ਨੂੰ ਜਿਨ੍ਹਾਂ ਨੇ ਵੀ ਜਾਣਿਆ ਹੈ, ਉਹਨਾਂ ਟੰਡੋਰਾ ਦੇ ਦੇ ਕੇ ਸੰਸਾਰ ਨੂੰ ਸਮਝਾਉਣ ਦਾ ਵੀ ਯਤਨ ਕੀਤਾ ਹੈ। ਹਠ ਮਜਾਹੂ ਮੈਂ ਮਾਣਕ ਲੱਦਾ, ਮੁੱਲ ਨ ਕਿੱਦਾ ਮੈਂ ਕੂ ਸਤਿਗੁਰ ਦਿੱਤਾ। ਨਤੀਜਾ ਇਹ ਹੋਇਆ ਢੂੰਡ ਵੰਜਾਈ ਥੀਆ ਥਿੱਤਾ, ਜਨਮ ਪਦਾਰਥ ਨਾਨਕ ਜਿੱਤਾ। ਇਹ ਰਤਨ ਕੀ ਮਿਲਿਆ? ਪੂਰੇ ਗੁਰੂ ਪਾਸੋਂ ਮੈਂ ਜ਼ਿੰਦਗੀ ਦੀ ਬਾਜ਼ੀ ਜਿੱਤ ਲਈ, ਸੰਸਾਰ ਤੇ ਆਉਣਾ ਸਫਲ ਹੋ ਗਿਆ। ਪੂਰੇ ਗੁਰੂ ਦੀ ਤਾਂ ਮੱਤ ਹੀ ਇਹ ਹੈ। ਹਜ਼ੂਰ ਕਹਿੰਦੇ ਨੇ, ਗੁਰ ਕੀ ਮੱਤ ਤੂੰ ਲੇਹ ਏ ਆਨੇ,
ਤੇ ਉਹ ਮੱਤ ਕੀ ਹੈ। ਸਾਵਧਾਨ ਕਰਦੇ ਨੇ ਭਗਤ ਬਿਨਾ ਬਹੁਤ ਡੂਬੇ ਸਿਆਣੇ। ਬੜੇ ਬੜੇ ਚਤਰ ਸਦਵਾਉਣ ਵਾਲੇ ਵੀ ਭਗਤੀ ਤੋਂ ਖਾਲੀ ਹੋਣ ਕਾਰਨ ਡੁੱਬ ਗਏ, ਜ਼ਿੰਦਗੀ ਦੀ ਬਾਜ਼ੀ ਹਾਰ ਗਏ। ਭਗਤ ਬਿਨਾ ਬਹੁਤ ਡੂਬੇ ਸਿਆਣੇ। ਇਸ ਲਈ ਹਰ ਕੀ ਭਗਤ ਕਰਹੁ ਮਨ ਮੀਤ, ਨਤੀਜਾ ਕੀ ਹੋਵੇਗਾ, ਨਿਰਮਲ ਹੋਏ ਤੁਮਾਰੋ ਚੀਤ। ਤੁਹਾਡਾ ਚਿੱਤ ਮੈਲ ਤੋਂ ਮੁਕਤ ਹੋ ਜਾਏਗਾ। ਸਾਹਿਬ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਸਮਝਾਇਆ ਕਿ ਜੇ ਤੇਰੀ ਜ਼ਿੰਦਗੀ ਐਸੀ ਹੈ ਇਨਸਾਨ ਕਿ ਤੂੰ ਪਾਰਖੂ ਨਹੀਂ ਬਣਿਆ, ਤੂੰ ਇੰਦਰੀਆਂ ਦੀ ਕਦਰ ਨਹੀਂ ਕੀਤੀ, ਤੂੰ ਸਵਾਸਾਂ ਦੀ ਕਦਰ ਨਹੀਂ ਕੀਤੀ, ਤੂੰ ਜੋ ਸੌਦੇਬਾਜ਼ੀਆਂ ਸੰਸਾਰ ਵਿੱਚ ਕਰ ਰਿਹਾ ਹੈ ਉਹ ਖਬਰ ਦਿੰਦੀਆਂ ਨੇ ਤੂੰ ਪਾਰਖੂ ਬਿਰਤੀ ਤੋਂ ਖਾਲੀ ਹੈ, ਤਾਂ ਮਤਾਂ ਇਉਂ ਸੋਚੀ ਕਿ ਪਰਮਾਤਮਾ ਵੀ ਪਾਰਖੂ ਨਹੀਂ। ਉਸ ਨੇ ਪਰਖ ਦੀ ਇੰਤਹਾ ਕਰ ਦੇਣੀ ਹੈ, ਹੱਦ। ਉਸ ਦੇ ਦੇਸ਼ ਤੱਕ ਉਹ ਚੀਜ਼ ਪਹੁੰਚਣ ਹੀ ਨਹੀਂ ਦਿੰਦਾ ਜੋ ਉਸ ਦੇ ਦਰ ਪ੍ਰਵਾਨ ਨਾ ਚੜ੍ਹ ਸਕਦੀ ਹੋਵੇ, ਜੋ ਉਸ ਦੇ ਕੰਮ ਦੀ ਨਹੀਂ। ਉਸ ਦੇ ਦੇਸ਼ ਵਿੱਚ ਦਾਖਲੇ ਲਈ ਵੀ ਉਸ ਲਈ ਥਾਂ ਨਹੀਂ। ਲੱਖ ਪਦਾਰਥ ਇਕੱਠੇ ਕਰ ਲੈ, ਇੱਕ ਵੀ ਜੀਓ ਤੇਰਾ ਨਾਲ ਲੈ ਕੇ ਨਹੀਂ ਜਾ ਸਕੇਗਾ। ਉੱਥੇ ਜ਼ਰੂਰਤ ਹੀ ਨਹੀਂ, ਥਾਂ ਹੀ ਨਹੀਂ। ਫਿਰ ਉਹ ਪਾਰਖੂ ਹੈ, ਉਸਨੇ ਤੇਰੇ ਇੱਕ ਇੱਕ ਕਰਮ ਨੂੰ ਪਰਖਣਾ ਹੈ। ਚੰਗਿਆਈਆਂ ਪੱਲੇ ਬੰਨ੍ਹ ਕੇ ਲਿਆਇਓ ਕਿ ਬੁਰਿਆਈਆਂ, ਸਭ ਛਾਂਟ ਦੇਣੀਆਂ ਨੇ। ਭਾਈ ਗੁਰਦਾਸ ਜੀ ਕਹਿੰਦੇ ਨੇ ਇਸ ਤਰ੍ਹਾਂ ਛਾਂਟੀਆਂ ਜਾਣੀਆਂ ਨੇ, ਪਾਰਖੂਆਂ ਚੁਣ ਕੱਢਿਆ ਜਿਉਂ ਕੱਚ ਕੜਾ ਨਾ ਰਲੇ ਰਤਨਾ। ਜਿਵੇਂ ਕੱਚ ਰਤਨਾਂ ਵਿੱਚ ਮਿਲਾ ਕੇ ਕੋਈ ਰੱਖ ਦੇਵੇ, ਪਾਰਖੂ ਚੁਣ ਕੇ ਪਾਸੇ ਕਰ ਦਿੰਦੇ ਨੇ। ਉਹ ਗੁਣ ਪੱਲੇ ਨਹੀਂ। ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ, ਐ ਜੀਵ ਤੂੰ ਸੰਸਾਰ ਤੇ ਵਣਜ ਕਰਨ ਵਾਸਤੇ ਆਇਓ। ਵਪਾਰ ਕਰ ਪਰ ਵੱਖਰ ਉਹ ਵਿਹਾਜੀ, ਜਿਹੜਾ ਪਹਿਲੀ ਗੱਲ ਹੈ ਤੇਰੇ ਨਾਲ ਨਿਭ ਸਕੇ, ਦੂਜੀ ਗੱਲ ਹੈ ਕਿ ਉਸ ਪਾਰਖੂ ਦੀ ਦ੍ਰਿਸ਼ਟੀ ਵਿੱਚ ਪ੍ਰਵਾਨ ਚੜ੍ਹ ਸਕੇ। ਵਣਜ ਕਰੋ ਵਣਜਾਰਿਓ, ਵੱਖਰ ਲਿਹੋ ਸੰਭਾਲ। ਤੈਸੀ ਵਸਤ ਵਿਸਾਹੀਐ, ਜੈਸੀ ਨਿਭੈ ਨਾਲ। ਇਹ ਵੀ ਇੱਕ ਪਰਖ ਦੀ ਹੀ ਜੁਗਤੀ ਸੀ ਜੋ ਸਾਹਮਣੇ ਰੱਖ ਦਿੱਤੀ। ਪਰਖ ਇਸ ਕਸਵੱਟੀ ਤੇ ਕਰ ਲਈ ਕਿ ਨਾਲ ਨਿਭਣ ਵਾਲੀ ਵਸਤੂ ਇਹ ਹੈ ਜਾਂ ਨਹੀਂ। ਜੋ ਜੋ ਇਕੱਠਾ ਕਰੇ ਇਸ ਕਸਵੱਟੀ ਤੇ ਪਰਖਦਾ ਜਾਈ, ਤੈਨੂੰ ਜਵਾਬ ਮਿਲਦਾ ਜਾਏਗਾ। ਕਸਵੱਟੀ ਨੇ ਲਿਹਾਜ਼ ਨਹੀਂ ਕਰਨਾ। ਤੈਸੀ ਵਸਤ ਵਿਸਾਹੀਐ, ਜੈਸੀ ਨਿਭੈ ਨਾਲ। ਅੱਗੇ ਸ਼ਾਹ ਸੁਜਾਨ ਹੈ, ਲੈਸੀ ਵਸਤ ਸੰਭਾਲ। ਉਹ ਬੜਾ ਸਿਆਣਾ ਹੈ, ਉਹ ਪਾਰਖੂ ਹੈ। ਤੇ ਮੁੱਲ ਉੱਥੇ ਪੈ ਜਾਂਦਾ ਹੈ ਪਾਰਖੂ ਦੇ ਸਾਹਮਣੇ ਅਸਲੀ ਚੀਜ਼ ਦਾ। ਹਾਂ, ਪਾਰਖੂ ਨਾ ਹੋਵੇ ਤਾਂ ਕੀਮਤੀ ਵਸਤੂ ਦਾ ਵੀ ਕੋਈ ਮੁੱਲ ਨਹੀਂ। ਹਜ਼ੂਰ ਨੇ ਬਾਣੀ ਅੰਦਰ ਫਰਮਾਇਆ ਹੈ, ਹੀਰਾ ਲਾਲ ਅਮੋਲਕ ਹੈ ਭਾਰੀ, ਬਿਨ ਗਾਹਕ ਮੀਕਾ ਕਾਖਾ। ਕੱਖੋਂ ਹੌਲਾ ਹੋ ਗਿਆ। ਪਾਰਖੂ ਕੋਈ ਨਹੀਂ, ਸਮਝ ਵਾਲਾ ਕੋਈ ਨਹੀਂ। ਰਤਨ ਗਾਹਕ ਗੁਰ ਸਾਧੂ ਦੇਖਿਓ, ਤਬ ਰਤਨ ਬਿਕਾਨੋ ਲਾਖਾ। ਜਦੋਂ ਗੁਰੂ ਦੀ ਦ੍ਰਿਸ਼ਟੀ ਵਿੱਚ ਇਹ ਪ੍ਰਵਾਨ ਚੜ੍ਹਦਾ ਹੈ,
ਉਹੀ ਜਿਹੜਾ ਕੱਖ ਦਾ ਨਹੀਂ ਸੀ ਉਹ ਲੱਖਾਂ ਦਾ ਹੋ ਜਾਂਦਾ ਹੈ। ਕਬੀਰ ਜੀ ਦਾ ਹੀ ਇੱਕ ਬਚਨ ਹੈ, ਕਬੀਰ ਜੀ ਦੇ ਸ਼ਲੋਕਾਂ ਵਿੱਚ ਦਰਜ ਬਚਨ ਹੈ, ਕਬੀਰਾ ਏਕ ਅਚੰਭਉ ਦੇਖਿਓ, ਹੀਰਾ ਹਾਟ ਬਿਕਾਏ, ਬਣਜਨ ਹਾਰੇ ਬਾਹਰਾ, ਕੌਡੀ ਬਦਲੇ ਜਾਏ। ਪਰ ਪਰਮਾਤਮਾ ਪਾਰਖੂ ਹੈ, ਉੱਥੇ ਮੁੱਲ ਪੈ ਜਾਂਦਾ ਹੈ। ਜੇ ਬੰਦਗੀ ਦਾ ਰਤਨ ਤੇਰੇ ਪੱਲੇ ਹੋਇਆ, ਪਹਿਲੀ ਗੱਲ ਰਾਮ ਰਤਨ ਵਿਹਾਜਣ ਵਾਲਾ ਬਣ। ਇਹ ਦੁਨੀਆ ਵਿੱਚ ਸਭ ਤੋਂ ਕੀਮਤੀ ਪਦਾਰਥ ਹੈ। ਫਿਰ ਸੰਭਾਲਣ ਦੀ ਵੀ ਤੈਨੂੰ ਜਾਚ ਹੋਵੇ। ਰਾਮ ਦਾ ਰਤਨ ਜੇ ਪ੍ਰਾਪਤ ਕਰੇ ਤੇ ਮੂੰਹ ਨੂੰ ਗੁੱਥੀ ਬਣਾ ਲਈ, ਗੁੱਥੀ ਬਟੂਆ। ਕਬੀਰ ਰਾਮ ਰਤਨ ਮੁਖ ਕੋਥਰੀ। ਤੁਸੀਂ ਆਮ ਤੌਰ ਤੇ ਦੇਖੋਗੇ ਬਹੁਤ ਚਰਚਾ ਕਰਨ ਵਾਲੇ ਲੋਕ ਬਿਨਾਂ ਖੋਜਣ ਤੋਂ ਖੁਦ ਬ ਖੁਦ ਆ ਮਿਲਣਗੇ, ਜਿਹੜੇ ਚਰਚਾ ਕਰਨਗੇ ਮੈਂ ਇਤਨਾ ਜਪਨਾ, ਇੰਨੀਆਂ ਮਾਲਾ, ਇਤਨੇ ਪਾਠ ਸੁਖਮਨੀ ਸਾਹਿਬ ਦੇ, ਇਤਨੇ ਜਪਜੀ ਸਾਹਿਬ ਦੇ, ਬੜੀਆਂ ਗਿਣਤੀਆਂ ਰੱਖਦੇ ਹਨ। ਕੇਵਲ ਰੱਖਦੇ ਹੀ ਨਹੀਂ, ਦੱਸਦੇ ਹਨ। ਰੱਖਣਾ ਵੀ ਚਲੋ ਆਪਣੇ ਆਪ ਤੱਕ ਸੀਮਤ ਗੱਲ ਸੀ, ਦੱਸਦੇ ਹਨ। ਦਿਖਾਉਣਾ ਇਹ ਚਾਹੁੰਦੇ ਹਨ ਕਿ ਮੇਰੀ ਬੜੀ ਭਗਤੀ ਹੈ। ਇੱਕ ਮਾਮੂਲੀ ਜਿਹਾ ਨੁਕਤਾ ਹੈ ਕਿ ਕਿਸਾਨ ਖੇਤ ਦੀ ਰੌਣੀ ਕਰੇ, ਪਾਣੀ ਦੇਵੇ, ਵੱਤਰ ਆਉਣ ਤੇ ਉਸ ਨੂੰ ਵਾਹਵੇ, ਬਾਰੀਕ ਕਰ ਦੇਵੇ ਮਿੱਟੀ, ਉਸਨੇ ਰੂੜੀ ਆਦਿਕ ਵੀ ਪਾਈ ਹੋਈ ਹੋਵੇ, ਬੀਜ ਵੀ ਬਹੁਤ ਚੰਗਾ ਲਿਆਵੇ, ਰੁੱਤ ਵੀ ਠੀਕ ਹੋਵੇ, ਉਦਮ ਕਰਕੇ ਬੀਜ ਦੇਵੇ, ਤਾਂ ਕਿਸਾਨ ਨੂੰ ਸਭ ਤੋਂ ਪਹਿਲੀ ਚਿੰਤਾ ਇਸ ਗੱਲ ਦੀ ਹੁੰਦੀ ਹੈ ਕਿ ਜਲਦੀ ਨਾਲ ਬੀਜ ਬੀਜਣ ਸਾਰ ਸੁਹਾਗਾ ਫੇਰ ਦਿਆਂ। ਇਹ ਬੀਜ ਲੋਕਾਂ ਨੂੰ ਦਿਖਾਉਣ ਵਾਸਤੇ ਨਹੀਂ ਹੈ, ਇਸ ਨੂੰ ਢੱਕ ਦੇਣਾ ਚਾਹੀਦਾ ਹੈ। ਜੋ ਕਿਸਾਨ ਬੀਜ ਬੀਜੇ ਸੁਹਾਗਾ ਨਾ ਦੇਵੇ, ਉਸ ਬੀਜ ਨੂੰ ਜ਼ਮੀਨ ਵਿੱਚ ਛੁਪਾ ਨਾ ਦੇਵੇ, ਉਹ ਬਹੁਤੀਆਂ ਫਸਲਾਂ ਦਾ ਮਾਲਕ ਕਦੀ ਨਹੀਂ ਬਣਿਆ। ਪੰਛੀ ਹੀ ਚੁਗ ਜਾਂਦੇ ਨੇ। ਜੋ ਮਨੁੱਖ ਭਗਤੀ ਦਾ ਵੀ ਦਿਖਾਵਾ ਕਰਨ ਵਾਲਾ ਹੈ, ਬਹੁਤ ਗਹਿਰਾਈ ਤੱਕ ਦੇਖੋਗੇ ਵਿਕਾਰਾਂ ਦੇ ਪੰਛੀ ਉਸ ਦਾ ਬੀਜ ਵੀ ਚੁਗ ਜਾਂਦੇ ਨੇ, ਕਿਉਂਕਿ ਉਹ ਗਿਣਤੀ ਫਿਰ ਹੰਕਾਰ ਨੂੰ ਜਨਮ ਦਿੰਦੀ ਹੈ। ਹੁਕਮ ਤਾਂ ਹੈ 5 ਬਾਣੀਆਂ ਦੇ ਨਿਤਨੇਮ ਦਾ, ਮੈਂ 11 ਦਾ ਕਰਦਾ। ਲੋਕ ਜਪਜੀ ਸਾਹਿਬ ਦਾ 1 ਪਾਠ ਕਰਦੇ ਨੇ, ਮੈਂ 100 ਕਰਦਾ। ਜੇ ਹੰਕਾਰ ਹੀ ਵਧਾ ਲਿਆ ਤਾਂ ਨਿਰੰਕਾਰ ਤੋਂ ਦੂਰੀਆਂ ਵੱਧ ਜਾਣਗੀਆਂ। ਜਿੰਨਾ ਅਹੰਕਾਰ ਵੱਧਦਾ ਹੈ, ਓਨੀ ਹੀ ਨਿਰੰਕਾਰ ਤੋਂ ਦੂਰੀ ਵੱਧਦੀ ਹੈ। ਅਹੰਕਾਰ ਤੇ ਨਿਰੰਕਾਰ ਦਾ ਕੋਈ ਮਿਲਾਪ ਨਹੀਂ। ਫਿਰ ਤੂੰ ਕੁਝ ਭਜਨ ਕੀਤਾ ਹੈ, ਸੁਭਾਵਕ ਹੈ ਮਾਨਸਿਕ ਸ਼ਕਤੀਆਂ ਤੇਰੇ ਨੇੜੇ ਢੁਕਣਗੀਆਂ, ਚਿੱਲ ਚਾਟੜੇ ਇਕੱਠੇ ਹੋਣੇ ਸ਼ੁਰੂ ਹੋ ਜਾਣਗੇ, ਉਹਨਾਂ ਵਿੱਚ ਉਲਝ ਗਿਓ। ਗੱਲ ਤਾਂ ਉਹੀ ਹੈ, ਦਿਖਾ ਨਾ ਛੁਪਾ। ਕੀਮਤੀ ਰਤਨ ਹੋਵੇ ਤਾਂ ਬੜਾ ਸੰਭਾਲ ਕੇ ਰੱਖੀਦਾ ਹੈ। ਕੱਚ ਦੇ ਬਲੌਰ ਕੋਈ ਕੀਮਤੀ ਡੱਬਿਆਂ ਵਿੱਚ ਬੰਦ ਕਰਕੇ ਨਹੀਂ ਵੇਚਦਾ, ਨਹੀਂ ਸਜਾ ਕੇ ਰੱਖਦਾ ਦੁਕਾਨ ਤੇ ਵੀ।
ਨਾ ਪਹਿਰੇਦਾਰ ਰੱਖਣ ਦੀ ਜ਼ਰੂਰਤ ਪੈਂਦੀ ਹੈ ਕਿ ਰਾਖੀ ਦੀ ਲੋੜ ਹੈ। ਹੀਰਿਆਂ ਦੀ ਦੁਕਾਨ ਤੇ ਬਾਹਰ ਸੰਤਰੀ ਖੜਾ ਕਰ ਦਿੱਤਾ ਜਾਂਦਾ ਹੈ, ਕੋਈ ਲੁਟੇਰਾ ਨਾ ਆ ਜਾਏ। ਦੁਕਾਨ ਵਿੱਚ ਸਜਾਇਆ ਹੈ ਜ਼ਰੂਰ ਦੁਕਾਨਦਾਰ ਨੇ, ਲੇਕਿਨ ਉਹ ਗ੍ਰਾਹਕ ਵਾਸਤੇ ਹੈ, ਦੂਜੇ ਵਿਅਕਤੀ ਦਾ ਉੱਥੇ ਕੋਈ ਕੰਮ ਨਹੀਂ। ਨਾਮ ਦਾ ਰਤਨ ਤਾਂ ਐਸਾ ਹੈ ਜੋ ਹਿਰਦੇ ਦੇ ਅੰਦਰ ਸਜਾ ਕੇ ਰੱਖਣਾ ਹੈ। ਮੁੱਖ ਬੰਦ ਰੱਖ, ਰੌਲਾ ਪਾਉਣ ਦੀ ਕੀ ਜ਼ਰੂਰਤ ਹੈ। ਬਟੂਆ ਖੁੱਲ੍ਹਾ ਹੀ ਛੱਡਣਾ ਹੈ ਤਾਂ ਵਿੱਚ ਪਈ ਵਸਤੂ ਕਿਸ ਵੇਲੇ ਡਿੱਗ ਪਏਗੀ ਕੋਈ ਪਤਾ ਨਾ ਚੱਲੇਗਾ। ਬਟੂਏ ਵਿੱਚ ਪਾ ਕੇ ਕਿਉਂ ਸੰਭਾਲਣਾ, ਉਸ ਦਾ ਕੋਈ ਮਤਲਬ ਹੈ। ਬਟੂਆ ਬੰਦ ਹੋ ਜਾਂਦਾ ਹੈ, ਸੰਭਾਲ ਲਈ ਕੰਮ ਆਉਂਦਾ ਹੈ। ਪ੍ਰਭੂ ਦੇ ਨਾਮ ਦਾ ਰਤਨ ਤੇਰੇ ਪੱਲੇ ਹੋਵੇ, ਇਹ ਪਹਿਲੀ ਗੱਲ। ਤੇ ਮੂੰਹ ਦੀ ਕੋਠੜੀ ਐਵੇਂ ਨਾ ਖੁੱਲੀ ਛੱਡੀ ਦੁਨੀਆ ਨੂੰ ਦਿਖਾਉਣ ਵਾਸਤੇ। ਜਿਵੇਂ ਬਟੂਆ ਜੰਜੀਰੀ ਲਾ ਕੇ ਬੰਦ ਕਰਕੇ ਫਿਰ ਰੱਖਦਾ ਹੈ, ਜਿਵੇਂ ਕੋਈ ਕੀਮਤੀ ਗਹਿਣਾ ਡੱਬੇ ਵਿੱਚ ਬੰਦ ਕਰਕੇ ਸੰਭਾਲ ਕੇ ਰੱਖਿਆ ਜਾਂਦਾ ਹੈ, ਇਉਂ ਇਸ ਨੂੰ ਸੰਭਾਲ ਕੇ ਰੱਖੀ। ਕਬੀਰ ਰਾਮ ਰਤਨ ਮੁਖ ਕੋਥਰੀ। ਤੇ ਮੁਖ ਦੀ ਖੂਬੀ ਹੈ, ਬਟੂਏ ਦੀ ਵੀ ਉਹੀ ਖੂਬੀ ਹੁੰਦੀ ਹੈ। ਜਦ ਚਾਹੋ ਖੋਲ ਲਓ, ਜਦੋਂ ਚਾਹੋ ਬੰਦ ਕਰ ਲਓ। ਪਰਮਾਤਮਾ ਨੇ ਸਾਡਾ ਮੁਖ ਵੀ ਇੱਕ ਬਟੂਏ ਦੀ ਨਿਆਈ ਬਣਾਇਆ ਹੈ। ਜੇ ਹਰ ਵੇਲੇ ਖੁੱਲ੍ਹਾ ਰਹੇ ਨੁਕਸਾਨ ਕਰਦਾ ਹੈ। ਬੰਦ ਰੱਖ। ਅੰਦਰ ਤੇਰੇ ਸਿਮਰਨ ਚੱਲ ਰਿਹਾ ਹੈ, ਕੋਈ ਲੋਕਾਂ ਨੂੰ ਦਿਖਾਉਣਾ ਜ਼ਰੂਰੀ ਤਾਂ ਨਹੀਂ ਕਿ ਲਾਊਡ ਸਪੀਕਰ ਲਗਾ ਕੇ ਲੋਕਾਂ ਤੱਕ ਖਬਰ ਦੇਣੀ, ਨਹੀਂ। ਪੱਲੇ ਇਹ ਦਾਤ ਹੋਈ ਤੇ ਮਿਲ ਜਾਏ ਕੋਈ ਪਾਰਖੂ, ਜਿਸ ਦੇ ਅੰਦਰ ਉਤਸ਼ਾਹ ਹੈ ਇਸ ਪਾਸੇ ਦਾ, ਉਸ ਅੱਗੇ ਮੁਖ ਖੋਲ ਦੇ। ਉੱਥੇ ਬੈਠ ਕੇ ਉਹ ਵੀ ਜਪਣ ਵਾਲਾ, ਤੂੰ ਵੀ ਜਪਣ ਵਾਲਾ, ਸਤਸੰਗ ਬਣ ਜਾਏਗਾ। ਕਦਰ ਜਾਣਨ ਵਾਲੇ ਦੇ ਅੱਗੇ ਮੂੰਹ ਖੋਲਣਾ, ਹੀਰੇ ਰੱਖਣੇ ਸੁਹਾਵਣੇ ਲੱਗਦੇ ਨੇ, ਮੁੱਲ ਪਾ ਜਾਂਦੇ ਨੇ। ਉਹ ਕਦਰਦਾਨ ਪਾਰਖੂ ਤਾਂ ਜ਼ਿੰਦਗੀ ਨਿਸ਼ਾਵਰ ਕਰਨ ਲਈ ਤਿਆਰ ਹੋ ਜਾਂਦਾ ਹੈ। ਅਮੋਲਕ ਲਾਲ ਦੇ ਕੇ ਭਾਈ ਮਰਦਾਨਾ ਜੀ ਨੂੰ ਗੁਰੂ ਨਾਨਕ ਸਾਹਿਬ ਭੇਜਦੇ ਹਨ ਬਾਜ਼ਾਰ ਵਿੱਚ। ਮੂਲੀਆਂ ਦੀ ਦੁਕਾਨ ਵਾਲਾ 2 ਮੂਲੀਆਂ ਦੇਣ ਲਈ ਤਿਆਰ ਨਹੀਂ। ਕੋਈ ਦੂਸਰਾ ਹੈ ਮਠਿਆਈ ਵੇਚਣ ਵਾਲਾ, ਉਹ 2 ਲੱਡੂ ਦੇਣ ਨੂੰ ਤਿਆਰ ਨਹੀਂ। ਮੈਂ ਕੀ ਕਰਨਾ ਇਹ ਪੱਥਰ, ਉਸ ਵਾਸਤੇ ਪੱਥਰ ਹੀ ਹੈ। ਲੇਕਿਨ ਸਾਲਸਰਾਏ ਜੌਹਰੀ ਦੇ ਸਾਹਮਣੇ ਜਿਸ ਵੇਲੇ ਜਾਂਦਾ ਹੈ, ਉਹ ਆਖਦਾ ਮੁੱਲ ਤਾਂ ਦਿੱਤਾ ਹੀ ਨਹੀਂ ਜਾ ਸਕਦਾ, ਇੰਨਾ ਸਰਮਾਇਆ ਮੇਰੇ ਪਾਸ ਹੈ ਹੀ ਨਹੀਂ। ਹਾਲਾਂਕਿ ਜੌਹਰੀ ਹੈ, ਹੀਰਿਆਂ ਦਾ ਵਪਾਰ ਕਰਦਾ ਹੈ, ਧਨਵਾਨ। ਪਰ ਉਸਤਾਦ ਜੀ ਨੇ ਕਿਹਾ ਸੀ ਕਿਧਰੇ ਦਰਸ਼ਨ ਵੀ ਹੋ ਜਾਣ ਤਾਂ ਦਰਸ਼ਨ ਭੇਟ ਵੀ ਘੱਟ ਤੋਂ ਘੱਟ 100 ਦਮੜਾ ਰੱਖੀ। ਹੀਰਾ, ਲਾਲ, ਰਤਨ ਪਦਾਰਥ ਉਹੀ ਹੈ, ਪਰ ਇੱਕ ਤੱਕ ਕੇ ਦਰਸ਼ਨ ਕਰਨ ਦੀ ਵੀ ਭੇਟ ਰੱਖਦਾ ਹੈ। ਇੱਕ ਆਖਦੇ ਨੇ ਅੱਗੇ ਚੱਲਦਾ ਹੋ, ਮੈਂ ਇਹ ਪੱਥਰ ਕੀ ਕਰਨਾ। ਇਉਂ ਹੀ ਜੇ ਤੇਰੇ ਪੱਲੇ ਬੰਦਗੀ ਦਾ ਹੀਰਾ ਹੈ, ਐਵੇਂ ਬਾਜ਼ਾਰ ਦੀ ਚੀਜ਼ ਨਾ ਇਸ ਨੂੰ ਬਣਾਈ, ਕਿਉਂਕਿ ਬਾਜ਼ਾਰ ਵਿੱਚ ਇਸ ਦਾ ਗ੍ਰਾਹਕ ਨਹੀਂ। ਕੋਈ ਆਏ ਮਿਲੇ ਗੋ ਗਾਹਕੀ।
ਜਿਹੜਾ ਪਾਰਖੂ ਹੋਵੇਗਾ ਉਸ ਅੱਗੇ ਖੋਲ੍ਹ ਦੀ ਗੱਠ। ਬੰਦਗੀ ਦੀ ਗੱਲ ਬੰਦਗੀਵਾਨਾਂ ਵਿੱਚ ਬੈਠ ਕੇ ਕਰੇਗਾ, ਕੋਈ ਅਨੁਭਵ ਸਾਂਝੇ ਹੋਣਗੇ, ਕੋਈ ਰਸ ਬਣੇਗਾ। ਇਹ ਖਜ਼ਾਨਾ ਵਧੇਗਾ ਹੀ, ਘਟੇਗਾ ਨਹੀਂ। ਤੇ ਜਿੱਥੇ ਪਾਰਖੂ ਕੋਈ ਨਹੀਂ, ਸਮਝਦਾਰ ਕੋਈ ਨਹੀਂ, ਉੱਥੇ ਕੀ ਮੁੱਲ ਪੈਣਾ ਹੈ? ਹਮੇਸ਼ਾ ਗੱਲ ਜਾ ਕੇ ਗ੍ਰਾਹਕ ਤੇ ਮੁੱਕਦੀ ਹੈ। ਗ੍ਰਾਹਕ ਪਾਰਖੂ ਹੋਣਾ ਚਾਹੀਦਾ ਹੈ, ਸਮਝ ਵਾਲਾ ਹੋਣਾ ਚਾਹੀਦਾ ਹੈ। ਮੈਂ ਇੱਕ ਕਹਾਣੀ ਸੁਣੀ। ਇੱਕ ਗਵਈਏ ਨੇ ਬਰਸਾਂ ਤੱਕ ਮਿਹਨਤ ਕੀਤੀ ਸੰਗੀਤ ਸਿੱਖਣ ਦੀ। ਕਈ ਬਰਸਾਂ ਦੀ ਮੁਸ਼ੱਕਤ ਤੋਂ ਬਾਅਦ ਉਹ ਕਲਾਸੀਕਲ ਰਾਗ ਤਾਲ ਦਾ ਮਾਹਰ ਗਵਈਆ ਬਣ ਗਿਆ। ਮਹਿਫਲਾਂ ਵੱਡੀਆਂ ਵੱਡੀਆਂ ਵਿੱਚ ਉਸ ਨੂੰ ਬੁਲਾਇਆ ਜਾਣ ਲੱਗਾ। ਪਰ ਉਸ ਦੇ ਖਿਆਲ ਵਿੱਚ ਇੱਕ ਗੱਲ ਆਈ ਕਿ ਵੱਡੇ ਵੱਡੇ ਸ਼ਹਿਰਾਂ ਵਿੱਚ ਦਾਨੇ ਲੋਕ ਸੱਦ ਕੇ ਮੇਰਾ ਗਾਇਨ ਸੁਣਦੇ ਨੇ। ਜਿਸ ਨਗਰ ਵਿੱਚ, ਪਿੰਡ ਵਿੱਚ ਪੈਦਾ ਹੋਇਆ ਹਾਂ, ਇੱਕ ਮਹਿਫਲ ਉੱਥੇ ਵੀ ਜਮਾਉਣੀ ਚਾਹੀਦੀ ਹੈ, ਤਾਂ ਕਿ ਮੇਰੇ ਨਗਰ ਦੇ ਲੋਕ ਵੀ ਜਾਣ ਲੈਣ ਸੰਗੀਤ ਕੈਸੀ ਚੀਜ਼ ਹੈ, ਰਾਗ ਤਾਲ ਕੀ ਹੁੰਦਾ ਹੈ। ਉਸ ਨੇ ਇੰਤਜ਼ਾਮ ਕਰ ਲਿਆ। ਹੁਣ ਛੋਟਾ ਜਿਹਾ ਨਗਰ, ਜਿੱਥੇ ਕਲਾਸੀਕਲ ਨੂੰ ਕੋਈ ਜਾਣਦਾ ਹੀ ਨਹੀਂ। ਖਰਚਾ ਇਸਨੇ ਆਪਣਾ ਕੀਤਾ, ਟੈਂਟ ਵਗੈਰਾ ਲਗਵਾ ਦਿੱਤੇ। ਲੋਕ ਵੀ ਪਿੰਡ ਦੇ ਇਕੱਠੇ ਹੋ ਗਏ, ਬੜਾ ਨਾਂ ਸੁਣਿਆ। ਪਰ ਜਦੋਂ ਇਸਨੇ ਗਾਉਣਾ ਸ਼ੁਰੂ ਕੀਤਾ, ਉਹਨਾਂ ਨੂੰ ਰਾਗ ਤਾਲ ਦੀ ਕੋਈ ਸਮਝ ਹੀ ਨਹੀਂ। ਇਹ ਸਾਰੇ ਗਾਵਾਂ ਪਾ ਕੀ ਹੁੰਦਾ ਹੈ। ਹੌਲੀ ਹੌਲੀ ਉੱਠ ਕੇ ਘਰਾਂ ਨੂੰ ਜਾਣੇ ਸ਼ੁਰੂ ਹੋ ਗਏ। ਬੈਠੀ ਰਹੀ ਇੱਕ ਬਿਰਧ ਮਾਈ ਤੇ 2-3 ਵਿਅਕਤੀ ਪਿੱਛੇ ਲੱਗ ਕੇ, ਔਰ ਮਾਈ ਦੀਆਂ ਅੱਖਾਂ ਵਿੱਚੋਂ ਜਲ ਜਾਂਦਾ ਹੈ। ਗਵਈਆ ਆਪਣੇ ਗਾਇਨ ਵਿੱਚ ਮਗਨ ਹੈ। ਉਹ ਸੋਚਦਾ, ਚਲੋ ਨਗਰ ਛੋਟਾ ਹੈ, ਲੋਕਾਂ ਨੂੰ ਪਤਾ ਵੀ ਇਤਨਾ ਨਹੀਂ, ਪਰ ਕੋਈ ਨਾ ਕੋਈ ਇੱਕ ਬਜ਼ੁਰਗ ਦੀ ਆਸੀਸ ਵੀ ਮਿਲ ਗਈ ਤਾਂ ਘੱਟ ਨਹੀਂ। ਇਸ ਨੂੰ ਜ਼ਰੂਰ ਕੋਈ ਆਨੰਦ ਮਿਲ ਰਿਹਾ ਹੈ, ਜੋ ਅੱਖਾਂ ਵਿੱਚੋਂ ਵੀ ਜਲ ਵਰਸਦਾ ਹੈ ਵੈਰਾਗ ਵਿੱਚ। ਆਪਣਾ ਗਾਇਨ ਸਮਾਪਤ ਕਰਕੇ ਉਸਨੇ ਇਸ ਮਾਈ ਨੂੰ ਆਖਿਆ, ਮਾਂ, ਮੈਂ ਦੇਖਦਾ ਹਾਂ ਨਗਰ ਦੇ ਲੋਕ ਘਰਾਂ ਨੂੰ ਚਲੇ ਗਏ। ਸੋਚਦਾ ਵੀ ਹਾਂ ਇਹਨਾਂ ਬਾਰੀਕੀਆਂ ਦਾ ਇਹਨਾਂ ਨੂੰ ਪਤਾ ਨਹੀਂ, ਪਰ ਫਿਰ ਵੀ ਮੈਂ ਖੁਸ਼ਕਿਸਮਤ ਮਹਿਸੂਸ ਕਰਦਾ ਹਾਂ ਕਿ ਇੱਕ ਬਜ਼ੁਰਗ ਔਰਤ ਬੈਠ ਕੇ ਮੇਰੇ ਰਾਗ ਸੁਣਦੀ ਰਹੀ, ਵੈਰਾਗ ਵਿੱਚ ਬੈਠੀ ਰਹੀ। ਸਿਰ ਹਿਲਦਾ ਹੈ, ਅੱਖਾਂ 'ਚੋਂ ਜਲ ਜਾਂਦਾ ਹੈ। ਬਹੁਤ ਵੈਰਾਗ ਹੈ ਤੇਰੇ ਅੰਦਰ, ਤੇਰੀ ਆਸੀਸ ਹੀ ਮਿਲ ਜਾਏ। ਇਸ ਭਾਵਨਾ ਨਾਲ ਮੈਂ ਗਾਉਂਦਾ ਰਿਹਾ। ਮਾਈ ਨੇ ਆਖਿਆ, ਆਸੀਸ ਕਿਸ ਗੱਲ ਦੀ? ਗਵਈਆ ਥੋੜਾ ਹੈਰਾਨ ਵੀ ਹੋਇਆ ਕਿ ਮੈਂ ਗਾਇਆ ਹੈ ਇਤਨਾ ਸਮਾਂ, ਹੋਰ ਮੈਂ ਕੋਈ ਪੈਸੇ ਤਾਂ ਮੰਗਦਾ ਨਹੀਂ, ਆਪਣੇ ਨਗਰ ਵਿੱਚ ਆਇਆ ਹਾਂ, ਦੁਨੀਆ ਪੈਸਿਆਂ ਦੇ ਢੇਰ ਲਗਾ ਦਿੰਦੀ ਹੈ ਮੇਰੇ ਅੱਗੇ। ਬਜ਼ੁਰਗ ਹੈ ਨਗਰ ਦੀ। ਉਸਨੇ ਆਖਿਆ, ਬਜ਼ੁਰਗ ਜ਼ਰੂਰ ਹਾਂ, ਇਸੇ ਲਈ ਬੈਠੀ ਵੀ ਰਹੀ। ਤੇਰੇ ਉੱਪਰ ਮੈਨੂੰ ਤਰਸ ਵੀ ਆਉਂਦਾ ਹੈ। ਗਵਈਏ ਨੇ ਪੁੱਛਿਆ, ਤਰਸ? ਉਹ ਕਿਸ ਗੱਲ ਦਾ? ਇਹਨੇ ਕਿਹਾ, ਤਰਸ ਇਸ ਗੱਲ ਦਾ ਕਿ ਜੋ ਤੂੰ ਆ ਲਗਾ ਰੱਖੀ ਸੀ ਨਾ, ਥੋੜੇ ਦਿਨ ਹੋਏ ਮੇਰੀ ਬੱਕਰੀ ਇਸੇ ਤਰ੍ਹਾਂ ਮਿਆਂਕ ਦੀ ਮਰ ਗਈ। ਮੈਂ ਵੈਦ ਜੀ ਨੂੰ ਵੀ ਦਿਖਾਇਆ, ਉਸਨੇ ਵੀ ਜਵਾਬ ਦੇ ਦਿੱਤਾ, ਗਲ ਘੋਟੂ ਹੋ ਗਿਆ। ਮੈਨੂੰ ਤੇਰੇ ਉੱਪਰ ਤਰਸ ਆਉਂਦਾ ਹੈ। ਆਸ਼ੀਰਵਾਦ ਮੇਰੀ ਇੰਨੀ ਹੀ ਹੈ ਕਿ ਤੇਰੇ ਪ੍ਰਾਣ ਬਚ ਜਾਣ। ਕਿਧਰੇ ਜ਼ਿੰਦਗੀ ਤੋਂ ਹੱਥ ਨਾ ਧੋ ਬੈਠੇ, ਤੈਨੂੰ ਕੀ ਹੋ ਗਿਆ? ਕਿਸੇ ਕਾਬਿਲ ਵੈਦ ਨੂੰ ਦਿਖਾ।
ਮੱਥੇ ਤੇ ਹੱਥ ਮਾਰਿਆ ਇਸ ਗਵਈਏ ਨੇ। ਆਖਦੇ ਨੇ ਉੱਠ ਕੇ ਜਿਹੜੇ 2-4 ਵਿਅਕਤੀ ਪਿੱਛੇ ਲੱਗ ਕੇ ਬੈਠੇ ਸਨ ਉਹਨਾਂ ਕੋਲ ਚਲਾ ਗਿਆ ਕਿ ਤੁਸੀਂ ਧੰਨ ਹੋ, ਬੈਠੇ ਰਹੇ। ਉਹਨਾਂ ਆਖਿਆ ਬੈਠੇ ਇਸ ਲਈ ਰਹੇ ਕਿ ਉੱਠੇ ਤਾਂ ਇਹ ਟੈਂਟ ਪੁੱਟਣੇ ਨੇ, ਇਹ ਸਟੇਜ ਚੁੱਕਣੀ ਹੈ, ਕੱਲ ਕਿਤੇ ਹੋਰ ਲਗਾਉਣੀ ਹੈ, ਅਸੀਂ ਡਿਊਟੀ ਤੇ ਬੈਠੇ ਹਾਂ, ਤੇਰੀ ਆ ਦਾ ਸਾਨੂੰ ਕੋਈ ਪਤਾ ਨਹੀਂ। ਆਪਣੀ ਆਪਣੀ ਸਮਝ ਹੈ। ਤੁਸੀਂ ਪਰਮਾਰਥ ਦੀ ਬਹੁਤ ਗਹਿਰਾਈ ਦੀ ਗੱਲ ਉਸ ਵਿਅਕਤੀ ਪਾਸ ਕਰੋਗੇ ਜਿਸ ਨੂੰ ਕੋਈ ਰੱਬੀ ਰਸ ਦੀ ਸਮਝ ਹੀ ਨਹੀਂ, ਤਾਂ ਕੋਈ ਪ੍ਰਾਪਤੀ ਨਹੀਂ ਹੋਵੇਗੀ, ਉਲਟਾ ਬੇਰਸੀ ਹੋ ਸਕਦੀ ਹੈ। ਗੁਰਬਾਣੀ ਅੰਦਰ ਬੜਾ ਅਨੋਖਾ ਬਚਨ ਆਇਆ ਹੈ, ਜਿਉਂ ਜਿਉਂ ਰਾਮ ਕਹੈ ਜਨ ਉੱਚੇ, ਨਰ ਨਿੰਦਕ ਡੰਸ ਲਗਾਏ। ਨਿੰਦਾ ਦਾ ਸਵਾਦ ਲੈਣ ਵਾਲੇ ਨੂੰ ਭਜਨ ਥੋੜ੍ਹੀ ਚੰਗਾ ਲੱਗਦਾ ਹੈ। ਇਸ ਲਈ ਖਿਆਲ ਰੱਖ, ਤੂੰ ਜ਼ਿੰਦਗੀ ਕੀਮਤੀ ਹੈ, ਇਸ ਤੋਂ ਕੀਮਤੀ ਹੈ ਨਾਮ ਦਾ ਰਤਨ, ਉਹੀ ਨਾਲ ਨਿਭਦਾ ਹੈ, ਉਹ ਵਿਹਾਜ ਤੇ ਮੁਖ ਨੂੰ ਕੋਸਰੀ ਬਣਾ ਲੈ। ਐਵੇਂ ਖੋਲਦਾ ਨਾ ਫਿਰੀ ਇਸ ਬਟੂਏ ਨੂੰ, ਇਸ ਵਿੱਚ ਸੰਭਾਲ ਕੇ ਰੱਖ। ਪਾਰਖੂ ਕੋਈ ਮਿਲੇ, ਉਸ ਪਾਸ ਬੈਠ ਕੇ ਖੋਲ ਵੀ ਲਵੇਂ ਤਾਂ ਹਰਜਾ ਨਹੀਂ। ਕੋਈ ਆਏ ਮਿਲੇ ਗੋ ਗਾਹਕੀ, ਲੈ ਗੋ ਮਹਿੰਗੇ ਮੋਲ। ਉਹ ਤਾਂ ਫਿਰ ਮਹਿੰਗੇ ਮੁੱਲੋਂ ਵੀ ਇਸ ਨੂੰ ਵਿਹਾਜਣ ਵਾਲਾ ਹੋਵੇਗਾ। ਔਰ ਕਮਾਲ ਦੀ ਗੱਲ ਇਹ ਹੈ, ਉਹ ਵੀ ਲੈ ਜਾਏਗਾ, ਤੇਰਾ ਕਟੇਗਾ ਵੀ ਨਹੀਂ। ਇਹ ਸੌਦਾ ਐਸਾ ਹੈ। ਮਹਿੰਗਾ ਮੁੱਲ ਇਸ ਲਈ ਹੈ ਕਿ ਮਨ ਸਭ ਕੁਝ ਕੁਰਬਾਨ ਕਰ ਦੇਣ ਲਈ ਤਿਆਰ ਹੋ ਜਾਂਦਾ ਹੈ, ਪਰ ਆਪਣੇ ਆਪ ਨੂੰ ਨਹੀਂ। ਤੇ ਇਹ ਨਾਮ ਰਤਨ ਵਿਹਾਜਣ ਵਾਲੇ ਮਨ ਨੇ ਗੁਲਾਮ ਬਣ ਕੇ ਚੱਲਣਾ ਹੁੰਦਾ ਹੈ। ਮੁਰਦਾ ਹੋਏ ਮੁਰੀਦ ਨਾ ਗੱਲੀ ਹੋਵਣਾ। ਐਸਾ ਸਿਦਕਵਾਨ ਹੀ ਇਸ ਦਾ ਗ੍ਰਾਹਕ ਹੋ ਸਕਦਾ ਹੈ। ਮਹਿੰਗਾ ਮੁੱਲ ਹੈ, ਆਪਾ ਉਸਨੇ ਦੇਣਾ ਹੈ, ਮਨ ਅਰਪਣ ਕਰਨਾ ਹੈ। ਇਹ ਕੋਈ ਮਾਮੂਲੀ ਗੱਲ ਤਾਂ ਨਹੀਂ। ਗੁਰੂ ਦੇ ਹਵਾਲੇ ਮਨ ਕਰਕੇ ਨਾਮ ਦਾ ਰਤਨ ਵਿਹਾਜਿਆ ਜਾਂਦਾ ਹੈ। ਜੇ ਮਨੁੱਖ ਤੇਰੇ ਪੱਲੇ ਪ੍ਰਭੂ ਨਾਮ ਪੈ ਜਾਏ, ਵਡਭਾਗੀ ਹੈ, ਪਰ ਮੁੱਖ ਨੂੰ ਬਟੂਆ ਬਣਾ, ਸੰਭਾਲ ਕੇ ਰੱਖ। ਪਾਰਖੂ ਕੋਈ ਹੋਵੇ, ਉੱਥੇ ਵੱਖਰ ਪ੍ਰਗਟ ਕਰੇ, ਗੱਲ ਬਣਦੀ ਹੈ। ਆਮ ਤੌਰ ਤੇ ਸੰਸਾਰ ਪਾਰਖੂ ਨਹੀਂ, ਉਸ ਦੀ ਹਾਲਤ ਕੁਝ ਹੋਰ ਹੈ। ਉਹ ਕੀ ਹੈ? ਕਬੀਰ ਰਾਮ ਨਾਮ ਜਾਣਿਓ ਨਹੀਂ, ਪਾਲਿਓ ਕਟਕ ਕੁਟੰਬ, ਧੰਦੇ ਹੀ ਮਹਿ ਮਰ ਗਇਓ, ਬਾਹਰ ਪਈ ਨਾ ਬੰਬ। ਪ੍ਰਭੂ ਨਾਮ ਦਾ ਗ੍ਰਾਹਕ ਤਾਂ ਕੋਈ ਵਿਰਲਾ ਹੀ ਹੁੰਦਾ ਹੈ। ਆਮ ਤੌਰ ਤੇ ਮਨੁੱਖ ਦੁਨੀਆ ਦੇ ਧੰਦਿਆਂ ਵਿੱਚ ਖਪਦਾ ਕਰੁੱਝਦਾ ਰਹਿੰਦਾ ਹੈ ਤੇ ਪਰਿਵਾਰ ਦੀ ਫੌਜ ਪਾਲਣ ਵਿੱਚ ਹੀ ਲੱਗਾ ਹੈ। ਕਟਕ ਫੌਜ, ਕੁਟੰਬ ਕਬੀਲੇ ਦੀ, ਪਰਿਵਾਰ ਦੀ। ਇਸ ਦੀ ਦੌੜ ਇੱਥੋਂ ਤੱਕ ਹੀ ਸੀਮਤ ਹੈ। ਰਮੇ ਹੋਏ ਪ੍ਰਭੂ ਦੇ ਨਾਮ ਦਾ ਰਸ ਮਾਨਣ ਜਾਣਨ ਵਾਲਾ ਤਾਂ ਕੋਈ ਟਾਵਾਂ ਹੁੰਦਾ ਹੈ। ਆਮ ਜਨਤਾ ਜਿੱਥੇ ਉਲਝੀ ਹੋਈ ਹੈ, ਉਹ ਸਟੇਜ ਇਹੀ ਹੈ ਕਿ ਪ੍ਰਭੂ ਨਾਮ ਨਾਲ ਕੋਈ ਸਾਂਝ ਨਹੀਂ, ਕੇਵਲ ਕੁਟੰਬ ਕਬੀਲੇ ਤੱਕ ਸੀਮਤ ਨੇ ਤੇ ਧੰਦੇ ਵਿੱਚ ਲੱਗਿਆਂ ਹੀ ਜ਼ਿੰਦਗੀ ਲੰਘਾ ਲੈਂਦੇ ਨੇ। ਧੰਦੇ ਹੀ ਮਹਿ ਮਰ ਗਇਓ, ਬਾਹਰ ਪਈ ਨਾ ਬੰਬ। ਧੰਦਿਆਂ ਤੋਂ ਨਿਕਲ ਕੇ ਕਦੇ ਉਸ ਦੇ ਮੂੰਹ ਵਿੱਚੋਂ ਪ੍ਰਭੂ ਨਾਮ ਦੀ ਆਵਾਜ਼ ਨਿਕਲੀ ਹੀ ਨਹੀਂ। ਮਨ ਵਿੱਚ ਵੀ ਖਿਆਲ ਦੁਨੀਆ ਦੀ ਦੌੜ ਦਾ ਤੇ ਤਨ ਕਰਕੇ ਵੀ ਹਰ ਹਰਕਤ ਸੰਸਾਰ ਦੀ ਦੌੜ ਦੀ, ਪਰ ਆਖਰ ਧੰਦੇ ਹੀ ਮਹਿ ਮਰ ਗਇਓ। ਇਹਨਾਂ ਧੰਦਿਆਂ ਵਿੱਚ ਉਲਝਿਆ ਖਪਦਾ ਖਪਾਉਂਦਾ ਦੁਨੀਆ ਤੋਂ ਤੁਰ ਜਾਂਦਾ ਹੈ। ਪਹਿਲਾਂ ਤਾਂ ਜ਼ਿੰਦਗੀ ਵਿੱਚ ਹੀ ਆਤਮਕ ਮੌਤ 'ਤੇ ਮਰ ਗਿਆ,
ਰੂਹਾਨੀਅਤ ਦੇ ਜੀਵਨ ਦਾ ਉਸ ਨੂੰ ਕੋਈ ਵੀ ਪਤਾ ਨਹੀਂ। ਸਰੀਰ ਸੰਸਾਰ ਤੱਕ ਸੀਮਿਤ ਹੈ ਤੇ ਉਸੇ ਦੌੜ ਵਿੱਚ ਲੱਗਾ ਹੋਇਆ ਹੈ। ਸਤਿਗੁਰੂ ਕਹਿੰਦੇ ਨੇ ਇਸ ਨੇ ਦਰਅਸਲ ਆਤਮਘਾਤ ਕਰ ਲਿਆ ਹੈ। ਇੱਕ ਉਹ ਆਤਮਘਾਤ ਹੈ ਜਿਸ ਨੂੰ ਅਸੀਂ ਆਤਮਘਾਤ ਆਖਦੇ ਹਾਂ, ਉਹ ਲਫ਼ਜ਼ ਦਾ ਗਲਤ ਇਸਤੇਮਾਲ ਹੈ। ਸਰੀਰ ਨੂੰ ਮਾਰਨਾ ਆਤਮਾ ਨੂੰ ਮਾਰਨਾ ਨਹੀਂ। ਸਰੀਰ ਨੂੰ ਮਾਰ ਕੇ ਕੋਈ ਆਖਦਾ ਆਤਮਘਾਤ ਕਰ ਲਿਆ, ਨਹੀਂ। ਸਰੀਰਾਂ ਵਿੱਚ ਵਿਚਰਦੇ ਆਤਮਘਾਤੀ ਬੜੇ ਨੇ, ਜਿਨ੍ਹਾਂ ਨੇ ਆਤਮਾ ਨੂੰ ਜਾਣਿਆ ਹੀ ਨਹੀਂ, ਜ਼ਮੀਰ ਮਾਰ ਹੀ ਰੱਖੀ ਹੈ। ਸਤਿਗੁਰੂ ਜੀ ਦਾ ਇਹ ਫੈਸਲਾ ਹੈ। ਉਹ ਕਹਿੰਦੇ ਨੇ ਦੁਲੱਭ ਦੇਹ ਪਾਈ ਵਡਭਾਗੀ, ਵੱਡੇ ਭਾਗਾਂ ਨਾਲ ਪ੍ਰਾਪਤ ਹੋਈ ਇਹ ਮਨੁੱਖੀ ਕਾਇਆ ਜਿਹੜੀ ਦੁਰਲੱਭ ਹੈ। ਨਾਮ ਨਾ ਜਪੈ ਤੇ ਆਤਮਘਾਤੀ, ਪਰ ਰੂਹਾਨੀਅਤ ਦਾ ਜੀਵਨ ਜਾਣਦੇ ਹੀ ਨਹੀਂ, ਦੇਵਣ ਵਾਲੇ ਦਾਤਾਰ ਦਾ ਕੋਈ ਚੇਤਾ ਹੀ ਨਹੀਂ। ਇਹਨਾਂ ਨੇ ਆਤਮਘਾਤ ਕਰ ਲਿਆ। ਇਹ ਆਤਮਘਾਤੀ ਦਰਅਸਲ ਲੋਕ ਇਹ ਨੇ। ਸਰੀਰ ਬਾਹਰੋਂ ਦਿਖਾਈ ਦਿੰਦਾ ਹੈ, ਲੱਖ ਸਜਾਇਆ ਫਵਾਇਆ ਹੋਵੇ, ਅੰਦਰ ਜ਼ਿੰਦਗੀ ਕੋਈ ਨਹੀਂ। ਲੋਕ ਮੁਰਦੇ ਨੂੰ ਵੀ ਸ਼ਿੰਗਾਰ ਦਿੰਦੇ ਨੇ, ਮੁਰਦੇ ਦੇ ਮੂੰਹ ਨੂੰ ਘਿਓ ਲਾ ਦਿੰਦੇ ਨੇ, ਚਿਹਰਾ ਇੰਜ ਸਜਾ ਦਿੱਤਾ ਜਾਂਦਾ ਹੈ ਜਿਵੇਂ ਮੁਸਕਰਾ ਰਿਹਾ ਹੋਵੇ। ਇਹ ਪੱਛਮ ਦੇ ਮੁਲਕਾਂ ਵਿੱਚ ਤਾਂ ਇਹ ਇੱਕ ਧੰਦਾ ਹੈ। ਸਤਿਗੁਰੂ ਕਹਿੰਦੇ ਨੇ ਖਾਤ ਪੀਤ ਖੇਲਤ ਹਸਤ ਬਿਸਥਾਰ, ਕਵਨ ਅਰਥ ਮਿਰਤਕ ਸ਼ਿੰਗਾਰ। ਮੁਰਦੇ ਦਾ ਸ਼ਿੰਗਾਰ ਕਿਸ ਅਰਥ ਹੈ? ਕਿਸੇ ਵੀ ਕੰਮ ਨਹੀਂ। ਇਹ ਜ਼ਿੰਦਾ ਜਾਪਦਾ ਹੈ ਪਰ ਆਤਮਕ ਮੌਤੇ ਦਰਅਸਲ ਇਹ ਮਰਿਆ ਹੋਇਆ ਹੈ। ਦੁਨੀਆ ਦੇ ਧੰਦਿਆਂ ਵਿੱਚ ਹੀ ਖਪ ਗਿਆ ਹੈ, ਜੀਵਨ ਲੰਘਾ ਰਿਹਾ ਹੈ ਤੇ ਉਸ ਚੋਂ ਨਿਕਲ ਕੇ ਇਸ ਦੇ ਮੁਖ ਤੋਂ ਕਦੀ ਪ੍ਰਭੂ ਦਾ ਜਸ ਨਹੀਂ ਨਿਕਲਿਆ। ਆਖਰ ਸਮਾਂ ਹੈ, ਇਸ ਨੇ ਰੁਕਣਾ ਨਹੀਂ, ਇਸ ਨੇ ਚੱਲਦੇ ਜਾਣਾ ਹੈ। ਜ਼ਿੰਦਗੀ ਮੁੱਕ ਜਾਣੀ ਹੈ। ਕਬੀਰ ਆਖੀ ਕੇਰੇ ਮਾਟੁਕੇ, ਪਲ ਪਲ ਗਈ ਬਿਹਾਏ, ਮਨ ਜੰਜਾਲ ਨ ਛੋੜਈ, ਜਮ ਦੀਆ ਦਮਾਮਾ ਆਏ। ਆਖੀ ਕੇਰੇ ਮਾਟੁਕੇ, ਅੱਖਾਂ ਦੇ ਝਮਕਣ ਜਿੰਨੇ ਸਮੇਂ ਦੇ ਬੀਤਦਿਆਂ ਪਲ ਪਲ ਕਰਕੇ ਦਿਨ ਬੀਤਦੇ ਗਏ, ਰਾਤਾਂ ਬੀਤਦੀਆਂ ਗਈਆਂ, ਹਫ਼ਤੇ ਮਹੀਨੇ ਸਾਲ, ਪੂਰੀ ਜ਼ਿੰਦਗੀ ਹੀ ਬੀਤ ਗਈ। ਪਲ ਪਲ ਗਈ ਬਿਹਾਏ, ਪਲ ਪਲ ਕਰਕੇ ਉਮਰ ਬੀਤਦੀ ਜਾਂਦੀ ਹੈ। ਸਤਿਗੁਰੂ ਕਹਿੰਦੇ ਨੇ ਇਹ ਇੱਕ ਰਾਤ ਹੈ, ਕੇਵਲ ਇੱਕ ਰਾਤ ਕੱਟਣ ਲਈ ਆਇਓ, ਮਾਲਕ ਬਣ ਕੇ ਬੈਠ ਗਏ। ਏਕ ਰੈਣ ਕੇ ਪਾਹੁਨ ਤੁਮ ਆਏ, ਇੱਕ ਰਾਤ ਦੇ ਮਹਿਮਾਨ ਹੋ। ਏਕ ਰੈਣ ਕੇ ਪਾਹੁਨ ਤੁਮ ਆਏ, ਬਹੁ ਜੁਗ ਹਸ ਬਧਾਏ। ਗ੍ਰਹਿ ਮੰਦਰ ਸੰਪੈ ਜੋ ਦਿਸੈ, ਜਿਉਂ ਤਰਵਰ ਕੀ ਛਾਏ। ਜਿਹੜੀ ਛਾਂ ਪਲ ਵਿੱਚ ਢਲ ਜਾਏ, ਕੋਈ ਪਤਾ ਨਹੀਂ। ਇਹ ਉਮਰ ਦੀ ਲੱਜ ਨੂੰ ਕਾਲ ਦਾ ਚੂਹਾ ਹਰ ਵੇਲੇ ਕੁਤਰੀ ਜਾ ਰਿਹਾ ਹੈ। ਇਹ ਰੱਸੀ ਕੱਟੀ ਜਾ ਰਹੀ ਹੈ। ਦਿਨ ਚੜ੍ਹੈ ਫਿਰ ਆਥਵੈ, ਰੈਣ ਸਬਾਈ ਜਾਏ। ਆਵ ਘਟੈ ਨਰ ਨਾ ਬੁੱਝੈ, ਨਿਤ ਮੂਸਾ ਲਾਜ ਟੁਕਾਏ। ਨਿਤ ਮੂਸਾ ਚੂਹਾ ਲੱਜ ਨੂੰ ਟੁਕ ਰਿਹਾ ਹੈ। ਕੋਈ ਪਤਾ ਨਹੀਂ ਕਿਸ ਪਲ ਕਾਲ ਨੇ ਆਣ ਝਪਟ ਮਾਰਨੀ ਹੈ। ਇਹ ਸਵਾਸਾਂ ਦੀ ਲੱਜ ਟੁੱਟ ਜਾਏਗੀ। ਮਨ ਜੰਜਾਲ ਨਾ ਛੋੜਈ, ਪਲ ਪਲ ਕਰਕੇ ਜ਼ਿੰਦਗੀ ਬੀਤਦੀ ਜਾਂਦੀ ਹੈ। ਮਨ ਇਹਨਾਂ ਜੰਜਾਲਾਂ ਨੂੰ ਛੱਡਦਾ ਹੀ ਨਹੀਂ। ਜੰਜਾਲ ਤੇ ਜਮ ਜਾਲ ਵਿੱਚ ਕੋਈ ਬਹੁਤਾ ਅੰਤਰ ਨਹੀਂ।
ਜਮ ਜਾਲ ਦਾ ਹੀ ਛੋਟਾ ਰੂਪ ਇਹ ਲਫ਼ਜ਼ ਹੈ ਜੰਜਾਲ। ਮੰਮੇ ਦੇ ਥਾਂ ਜੱਜੇ ਉੱਪਰ ਟਿੱਪੀ ਹੈ। ਜਿੰਨਾ ਮਨੁੱਖ ਸੰਸਾਰ ਵਿੱਚ ਜੰਜਾਲ ਵਿੱਚ ਉਲਝਦਾ ਹੈ, ਦਰਅਸਲ ਓਨਾ ਹੀ ਉਹ ਜਮ ਦੇ ਜਾਲ ਵਿੱਚ ਫਸ ਜਾਂਦਾ ਹੈ। ਪਰ ਮਨ ਇਹ ਜੰਜਾਲ ਛੱਡਣ ਲਈ ਤਿਆਰ ਹੀ ਨਾ ਹੋਇਆ। ਜ਼ਿੰਦਗੀ ਬੀਤਦੀ ਗਈ, ਮਨ ਜੰਜਾਲ ਨਾ ਛੋੜੇ, ਜਮ ਦੀਆ ਦਮਾਮਾ ਆਏ। ਇਹ ਤਾਂ ਸੰਸਾਰ ਵਿੱਚ ਆਪਣੇ ਨਗਾਰੇ ਸਦਾ ਲਈ ਵਜਾਉਣੇ ਚਾਹੁੰਦਾ ਸੀ, ਪਰ ਹੋਇਆ ਉਲਟਾ। ਜਮ ਦੀਆ ਦਮਾਮਾ ਆਏ, ਜਮ ਨੇ ਆ ਨਗਾਰਾ ਵਜਾਇਆ, ਮੌਤ ਦਾ ਨਗਾਰਾ ਵੱਜ ਪਿਆ। ਮੌਤ ਜਿੱਤ ਗਈ, ਆਖਰ ਜਿੱਤ ਹੀ ਜਾਂਦੀ ਹੈ। ਪਰ ਇਸ ਜ਼ਿੰਦਗੀ ਨੂੰ ਜਿਨ੍ਹਾਂ ਨੇ ਜਾਂਚ ਪੂਰਵਕ ਜੀਵਿਆ ਹੈ, ਉਹਨਾਂ ਨੇ ਬਹੁਤ ਕੁਝ ਖੱਟਿਆ ਵੀ ਹੈ। ਉਹ ਸਰਮਾਏਦਾਰ ਬਣ ਕੇ ਸੰਸਾਰ ਤੋਂ ਗਏ ਹਨ, ਜਿਹੜਾ ਸਰਮਾਇਆ ਨਾਲ ਨਿਭਿਆ। ਉਸ ਵੱਲ ਧਿਆਨ ਦਿਵਾਇਆ ਭਗਤ ਕਬੀਰ ਜੀ ਨੇ। ਕਹਿਣ ਲੱਗੇ, ਕਬੀਰ ਤਰਵਰ ਰੂਪੀ ਰਾਮ ਹੈ, ਫਲ ਰੂਪੀ ਬੈਰਾਗ, ਛਾਇਆ ਰੂਪੀ ਸਾਧ ਹੈ, ਜਿਨ ਤਜਿਆ ਬਾਦ ਵਿਵਾਦ। ਤਰਵਰ, ਤਰ ਆਖਦੇ ਨੇ ਦਰਖਤ ਨੂੰ, ਤੇ ਵਰ ਦਾ ਅਰਥ ਹੈ ਸੋਹਣਾ। ਸੋਹਣਾ ਰੁੱਖ। ਪ੍ਰਭੂ ਦਾ ਨਾਮ ਇੱਕ ਸੁੰਦਰ ਰੁੱਖ ਹੈ। ਸੁੰਦਰ ਰੁੱਖ ਇਸ ਲਈ ਕਿ ਹਰ ਪੱਖ ਤੋਂ ਉਸ ਵਿੱਚ ਸਫਲਤਾ ਹੈ। ਪਰਮਾਤਮਾ ਤੋਂ ਸੁੰਦਰ ਹੋਰ ਕੌਣ ਹੋਵੇਗਾ? ਸੋਹਣਾ ਬਿਰਸ਼ ਹੈ ਜਿਸ ਵਿੱਚ ਬੜੇ ਗੁਣ ਨੇ। ਹੁਣ ਸਮਝਾਉਂਦੇ ਨੇ ਉਸ ਬਿਰਸ਼ ਨਾਲ ਸਾਂਝ ਪਾਉਣ ਦੀ ਜੁਗਤੀ, ਉਸ ਦੀ ਪ੍ਰੇਰਨਾ ਦਿੰਦੇ ਹਨ। ਕਬੀਰ ਤਰਵਰ ਰੂਪੀ ਰਾਮ ਹੈ, ਫਲ ਰੂਪੀ ਬੈਰਾਗ। ਜਿਵੇਂ ਬਿਰਸ਼ ਨੂੰ ਫਲ ਲੱਗਦਾ ਹੈ, ਇਉਂ ਹੀ ਜਿਸ ਮਨੁੱਖ ਦੇ ਮਨ ਅੰਦਰ ਮਾਲਕ ਦਾ ਨਾਮ ਵਸ ਜਾਂਦਾ ਹੈ, ਉਸ ਨੂੰ ਵੀ ਬੈਰਾਗ ਦਾ ਫਲ ਲੱਗਦਾ ਹੈ। ਬੈਰਾਗ ਦਾ ਅਰਥ ਜੋ ਅਸੀਂ ਆਮ ਤੌਰ 'ਤੇ ਕਰਦੇ ਹਾਂ, ਉਹ ਠੀਕ ਨਹੀਂ। ਅਸੀਂ ਵੈਰਾਗੀ ਉਸ ਨੂੰ ਆਖਦੇ ਹਾਂ ਜੋ ਕਾਠ ਦੀ ਕੰਠੀ ਪਾ ਲਵੇ, ਨਹੁੰ ਵਧਾ ਲਵੇ, ਜਾਂ ਮੋਟੇ ਲਫ਼ਜ਼ਾਂ ਵਿੱਚ ਕਹਿ ਲਓ ਘਰ-ਬਾਰ ਛੱਡ ਕੇ ਦੌੜ ਜਾਏ। ਨਹੀਂ, ਰਾਗ ਤੋਂ ਮੁਕਤ ਹੋਣਾ ਬੈਰਾਗ ਹੈ। ਰਾਗ ਦਾ ਅਰਥ ਹੁੰਦਾ ਮੋਹ, ਪਕੜ। ਰਹੇ ਪਦਾਰਥਾਂ ਵਿੱਚ ਲੇਕਿਨ ਮੋਹ ਨਾ ਬਣਾਏ। ਉਹ ਰਾਗ ਤੋਂ ਮੁਕਤ ਹੋ ਗਿਆ। ਜਿਸ ਮਨੁੱਖ ਨੇ ਪ੍ਰਭੂ ਨਾਲ ਸਾਂਝ ਬਣਾਈ ਹੈ, ਇਹ ਸੁਭਾਵਕ ਉਸ ਦੀ ਜ਼ਿੰਦਗੀ ਵਿੱਚ ਫਲ ਲੱਗਾ ਹੈ। ਪ੍ਰਭੂ ਦੇ ਨਾਮ ਦਾ ਇਹ ਫਲ ਹੈ ਕਿ ਉਹ ਮੋਹ ਮਾਇਆ ਵਿੱਚ ਖਚਿਤ ਨਹੀਂ ਹੋਵੇਗਾ। ਮਾਇਆ ਕਮਾਏਗਾ ਵੀ, ਖਰਚੇਗਾ ਵੀ, ਪਰਿਵਾਰ ਦੀਆਂ ਜ਼ਿੰਮੇਵਾਰੀਆਂ ਵੀ ਨਿਭਾਏਗਾ, ਲੇਕਿਨ ਮੋਹ ਦੀ ਕੈਦ ਤੋਂ ਮੁਕਤ ਹੋਵੇਗਾ। ਕਬੀਰ ਤਰਵਰ ਰੂਪੀ ਰਾਮ ਹੈ, ਫਲ ਰੂਪੀ ਬੈਰਾਗ, ਛਾਇਆ ਰੂਪੀ ਸਾਧ ਹੈ। ਕਮਾਲ ਦੀ ਸ਼ਬਦਾਵਲੀ ਭਗਤ ਕਬੀਰ ਜੀ ਨੇ ਇਸਤੇਮਾਲ ਕੀਤੀ ਹੈ। ਛਾਇਆ ਰੂਪੀ ਸਾਧ ਹੈ। ਫਲ ਸੀ ਜ਼ਿੰਦਗੀ ਵਿੱਚ ਲੱਗ ਗਿਆ ਪ੍ਰਭੂ ਨਾਮ ਨਾਲ ਜੁੜਿਆ ਕਿ ਆਦਮੀ ਦੇ ਅੰਦਰ ਮੋਹ ਨਾ ਰਿਹਾ। ਹੁਣ ਉਹ ਮਨੁੱਖ ਜੋ ਬਚਿਆ, ਉਸ ਦੀ ਹਸਤੀ ਵਿੱਚ ਮੈਂ ਨਹੀਂ, ਮੇਰੀ ਨਹੀਂ, ਹਉਮੈ ਨਹੀਂ। ਉਹ ਇੰਜ ਹੈ ਜਿਵੇਂ ਛਾਇਆ ਹੋਵੇ। ਹੈ ਬਿਰਛ ਦੀ ਛਾਇਆ। ਛਾਇਆ ਦਾ ਆਪਣਾ ਕੋਈ ਅਭਿਮਾਨ ਨਹੀਂ ਹੁੰਦਾ। ਉਹ ਤਾਂ ਇੱਕ ਪਰਛਾਵਾਂ ਹੈ। ਸਾਧੂ ਸੰਸਾਰ ਵਿੱਚ ਵਿਚਰਦਾ ਹੈ ਕੇਵਲ ਰੱਬ ਦੀ ਪਰਛਾਈ ਬਣ ਕੇ। ਜਿੱਧਰ ਲੈ ਜਾਏ ਪ੍ਰਭੂ,
ਉਧਰ ਰਾਜ਼ੀ। ਪਰ ਉਸ ਛਾਇਆ ਵਿੱਚ ਬੜਾ ਅਨੋਖਾ ਗੁਣ ਹੈ। ਬਿਰਖ ਦੀ ਛਾਂ ਵਿੱਚ ਬੜੇ ਗੁਣ ਹੁੰਦੇ ਨੇ। ਕਹਿਰਾਂ ਦੀ ਧੁੱਪ ਪੈਂਦੀ ਹੋਵੇ, ਤੁਸੀਂ ਬਿਰਛ ਦੀ ਛਾਂ ਹੇਠ ਜਾ ਬੈਠੋ, ਇੱਕ ਸਕੂਨ ਮਿਲਦਾ ਹੈ। ਉਸ ਦੇ ਪਿੱਛੇ ਕਈ ਕਾਰਨ ਨੇ। ਸਭ ਤੋਂ ਪਹਿਲੀ ਗੱਲ ਹੈ ਕਿ ਬਿਰਛ ਦੇ ਅੰਦਰ ਪਾਣੀ ਹੈ। ਉਸ ਦੀਆਂ ਪੱਤੀਆਂ ਤੱਕ ਪੁੱਜਾ ਹੋਇਆ, ਨੱਕ ਸਿੱਖ ਜੜ ਤੋਂ ਲੈ ਕੇ ਬੁਲੰਦਗੀ ਤੱਕ, ਸਿਖਰ ਤੱਕ ਪਾਣੀ ਦਾ ਮਾਦਾ ਹੈ। ਜੋ ਧੁੱਪ ਨੇ ਉਸ ਤੋਂ ਗੁਜ਼ਰ ਕੇ ਆਉਣਾ ਹੈ, ਉਸ ਦੇ ਪ੍ਰਭਾਵ ਨੂੰ ਇਸ ਨੇ ਘਟਾ ਦੇਣਾ ਹੈ। ਫਿਰ ਹੋਰ ਖਾਸੀਅਤ ਹੈ, ਇਹ ਆਕਸੀਜਨ ਤਿਆਰ ਕਰ ਰਿਹਾ ਹੈ ਔਰ ਸੂਰਜ ਦੇ ਪ੍ਰਭਾਵ ਹੇਠ ਇਸ ਦੀ ਆਕਸੀਜਨ ਤਿਆਰ ਕਰਨ ਦੀ ਕਿਰਿਆ ਚੱਲ ਰਹੀ ਹੈ। ਵਧੇਰੇ ਜੀਵਨ ਦਾ ਸੋਮਾ ਹੈ ਇਹ ਬਿਰਛ। ਇਸ ਦੀ ਛਾਂ ਹੇਠ ਬੈਠੋਗੇ, ਇੱਕ ਤਾਜ਼ਗੀ ਮਹਿਸੂਸ ਕਰੋਗੇ। ਬਿਰਛ ਨੂੰ ਫਲ ਵੀ ਲੱਗੇ ਨੇ। ਅੰਬਾਂ ਦੀ ਛਾਵੇਂ ਆਰਾਮ ਵੀ ਕਰੋ, ਅੰਬ ਵੀ ਖਾਓ, ਖੁਰਾਕ ਵੀ ਦਿੰਦਾ ਹੈ। ਕੋਇਲਾਂ ਦੇ ਗੀਤ ਵੀ ਸੁਣਾਈ ਦਿੰਦੇ ਨੇ, ਸੰਗੀਤ ਨਾਲ ਵੀ ਭਰ ਦਿੰਦਾ ਹੈ। ਪਰਮਾਤਮਾ ਤਾਂ ਉਹ ਬਿਰਛ ਹੈ ਜਿਸ ਦੇ ਗੁਣ ਗਿਣੇ ਹੀ ਨਾ ਜਾ ਸਕਣ। ਪਰ ਸਾਧੂ ਜਨ ਜੋ ਹਨ, ਉਹ ਵੀ ਉਸ ਬਿਰਖ ਦੀ ਛਾਂ ਹਨ। ਜਿਹੜਾ ਕੋਈ ਵਡਭਾਗੀ ਪੁਰਸ਼ ਪ੍ਰਭੂ ਦੇ ਪਿਆਰਿਆਂ ਦੀ ਛਾਂ ਵਿੱਚ ਵੀ ਜਾ ਬਹਿੰਦਾ ਹੈ, ਉਸ ਨੂੰ ਵੀ ਰੱਬੀ ਆਨੰਦ ਮਿਲ ਜਾਂਦਾ ਹੈ। ਛਾਇਆ ਰੂਪੀ ਸਾਧ ਹੈ। ਲੇਕਿਨ ਇੱਥੇ ਸਾਨੂੰ ਸਾਵਧਾਨ ਵੀ ਕੀਤਾ ਕਿ ਭੇਖ ਦਾ ਨਾਂ ਸਾਧੂ ਨਹੀਂ। ਉਸ ਦੀ ਜ਼ਿੰਦਗੀ ਦੀ ਇੱਕ ਖਬਰ ਦਿੱਤੀ ਹੈ ਕਬੀਰ ਜੀ ਨੇ। ਛਾਇਆ ਰੂਪੀ ਸਾਧ ਹੈ ਜਿਨ ਤਜਿਆ ਬਾਦ ਵਿਵਾਦ। ਉਸਨੇ ਇਹ ਝੰਜਟਾਂ, ਝਾਂਜੇ, ਮਾਇਆ ਦੇ ਝੰਬੇਲੇ, ਝਗੜੇ ਝਾਂਸੇ ਸਭ ਮਿਟਾ ਛੱਡੇ ਨੇ। ਉਹ ਇਹਨਾਂ ਵਾਦਾਂ ਵਿਵਾਦਾਂ ਵਿੱਚ, ਝਗੜਿਆਂ ਵਿੱਚ ਪੈਂਦਾ ਹੀ ਨਹੀਂ। ਝਗੜਾਲੂ ਬਿਰਤੀ ਨਾ ਰਹੀ। ਆਨੰਦ ਵਿੱਚ ਮਗਨ ਹੈ, ਆਨੰਦ ਵੰਡਦਾ ਹੈ। ਐਸੇ ਗੁਰਮੁਖ ਜਨਾਂ ਦੀ ਛਾਂ ਵਿੱਚ ਜੋ ਜਾ ਬੈਠਾ, ਉਸ ਨੂੰ ਵੈਰਾਗ ਦਾ ਫਲ ਹਾਸਲ ਹੋ ਜਾਏਗਾ। ਉਹ ਵੀ ਮੋਹ ਤੋਂ ਮੁਕਤ ਹੋ ਜਾਏਗਾ। ਕਬੀਰ ਜੀ ਇਸ ਤੋਂ ਅਗਲੇ ਸ਼ਲੋਕ ਅੰਦਰ ਸਾਨੂੰ ਤਾਕੀਦ ਕਰਦੇ ਨੇ ਕਿ ਸਮਾਂ ਜ਼ਿੰਦਗੀ ਦਾ ਬੜਾ ਨਿਸ਼ਚਿਤ ਹੈ। ਇਸ ਦਾ ਲਾਹਾ ਲੈ। ਸੰਸਾਰ ਵਿੱਚ ਤੂੰ ਵੀ ਰੱਬ ਵਾਲੇ ਗੁਣ ਆਪਣਾ। ਕਬੀਰ ਐਸਾ ਬੀਜ ਬੋਏ, 12 ਮਾਸ ਫੁਲੰਤ। ਸੀਤਲ ਛਾਇਆ, ਗਹਿਰ ਫਲ, ਪੰਖੀ ਕੇਲ ਕਰੰਤ। ਸਾਧ ਸੰਗਤ ਕਰਨ ਦਾ ਇਹ ਲਾਭ ਤੈਨੂੰ ਮਿਲੇਗਾ ਕਿ ਹਿਰਦੇ ਦੀ ਧਰਤੀ ਤੇ ਪ੍ਰਭੂ ਦੇ ਨਾਮ ਦਾ ਬੀਜ ਬੋ, ਜੋ ਸਦਾ ਫਲ ਦਿੰਦਾ ਹੈ। ਬੀਜ ਬੋਏ, ਬੋਣਾ ਮਤਲਬ ਬੀਜਣਾ। ਪ੍ਰਭੂ ਨਾਮ ਦਾ ਬੀਜ ਹਿਰਦੇ ਦੀ ਜ਼ਮੀਨ ਤੇ ਬੀਜਣਾ ਹੈ। ਇਹ ਐਸਾ ਬੀਜ ਹੈ ਜੋ 12 ਮਹੀਨੇ ਹੀ ਫਲ ਦਿੰਦਾ ਹੈ। 12 ਮਾਸ ਫੁਲੰਤ। ਸੀਤਲ ਛਾਇਆ, ਗਹਿਰ ਫਲ, ਪੰਖੀ ਕੇਲ ਕਰੰਤ। ਬੀਜ ਬੀਜਣ ਵੇਲੇ ਬੜੇ ਧਿਆਨ ਰੱਖਣ ਦੀ ਜ਼ਰੂਰਤ ਹੈ। ਜ਼ਮੀਨ ਠੀਕ ਹੋਵੇ, ਰੁੱਤ ਠੀਕ ਹੋਵੇ, ਜ਼ਮੀਨ ਬੱਤਰ ਵਿੱਚ ਹੋਵੇ, ਸੁਹਾਗਾ ਫੇਰਿਆ ਜਾਏ, ਲੋਕਾਫਟਰ ਕੀਤੀ ਜਾਏ, ਪੰਛੀ ਨਾ ਚੁਗ ਜਾਣ, ਜੰਗਲ ਦੇ ਜਾਨਵਰ ਨਾ ਖਾ ਜਾਣ। ਇਉਂ ਹੀ ਹਿਰਦੇ ਦੀ ਅੰਦਰਲੀ ਜ਼ਮੀਨ ਤੇ ਬੰਦਗੀ ਦਾ ਬੀਜ ਬੀਜਿਆ ਜਾਂਦਾ ਹੈ। ਰੁੱਤ ਸਦਾ ਹੈ, ਤੇਰੀ ਜ਼ਿੰਦਗੀ ਪੂਰੀ ਰੁੱਤ ਹੈ ਇਹ ਬੀਜਣ ਦੀ, ਤੇ 12 ਮਹੀਨੇ ਹੀ ਫਲ ਵੀ ਦਿੰਦਾ ਹੈ। ਇਸ ਦੀ ਛਾਇਆ ਸੀਤਲ ਹੈ, ਇਸ ਵਿੱਚ ਠੰਡਕ ਹੈ। ਸੀਤਲ ਛਾਇਆ, ਗਹਿਰ ਫਲ।
ਗਹਿਰ ਮੈਨੇ ਗੰਭੀਰਤਾ, ਅਡੋਲਤਾ ਵੈਰਾਗ ਦਾ ਫਲ ਹੈ ਇਸ ਵਿੱਚ। ਪੰਖੀ ਕੇਲ ਕਰੰਤ, ਜਿਹੜੇ ਤੇਰੇ ਗਿਆਨ ਇੰਦਰੇ ਨੇ, ਜਿਹੜੇ ਪੰਛੀਆਂ ਵਾਂਗ ਪਹਿਲਾਂ ਥਾਂ ਥਾਂ ਤੇ ਚੋਗ ਲਈ ਭਟਕਦੇ ਸਨ, ਹੁਣ ਪ੍ਰਭੂ ਨਾਮ ਦੇ ਆਨੰਦ ਵਿੱਚ ਮਗਨ ਹੋ ਜਾਂਦੇ ਨੇ, ਕੇਲ ਕਰਦੇ ਨੇ। ਅੱਜ ਦਾ ਆਖਰੀ ਸ਼ਲੋਕ। ਕਬੀਰ ਦਾਤਾ ਤਰਵਰ, ਦਇਆ ਫਲ, ਉਪਕਾਰੀ ਜੀਵੰਤ, ਪੰਖੀ ਚੱਲੇ ਦਿਸਾਵਰੀ, ਬਿਰਖਾ ਸੁਫਲ ਫਲੰਤ। ਸਾਧੂ ਜਨ ਜ਼ਿੰਦਗੀ ਉਪਕਾਰ ਵਿੱਚ ਬਿਤਾਉਂਦਾ ਹੈ, ਭਲਾ ਕਰਨ ਵਿੱਚ। ਸਾਧੂ ਮਾਨੋ ਇੱਕ ਪ੍ਰਕਾਰ ਦਾ ਸੁੰਦਰ ਰੁੱਖ ਹੈ। ਸਾਧੂ ਵੀ ਉਹ ਹਮੇਸ਼ਾ ਦਇਆਵਾਨ ਹੈ। ਰੱਬ ਦਾ ਵੀ ਇਹੀ ਸੁਭਾਅ ਹੈ। ਪਰਮਾਤਮਾ ਹਮੇਸ਼ਾ ਦਿਆਲੂ ਹੈ। ਤੇ ਜੇ ਜ਼ਿੰਦਗੀ ਵਿੱਚ ਦਇਆ ਨਾ ਰਹੇ ਤਾਂ ਜ਼ਿੰਦਗੀ ਕਿਸ ਅਰਥ। ਰੱਬੀ ਗੁਣ ਜ਼ਿੰਦਗੀ ਵਿੱਚ ਵੀ ਹੋਣਾ ਚਾਹੀਦਾ ਹੈ। ਸੰਸਾਰ ਵਿੱਚ ਦਾਨੀ ਪੁਰਸ਼, ਦੂਜਿਆਂ ਦਾ ਭਲਾ ਕਰਨ ਵਾਲਾ, ਪਰਉਪਕਾਰੀ, ਜਿਹਦੇ ਪਾਸ ਦਇਆ ਦਾ ਫਲ ਹੈ। ਅਸਲੀ ਜੀਵਨ ਦਾ ਰਹੱਸ ਉਹੀ ਜਾਣਦਾ ਹੈ ਤੇ ਰਸ ਵੀ ਉਹੀ ਮਾਣਦਾ ਹੈ। ਹਜ਼ੂਰ ਨੇ ਤਾਂ ਆਖਿਆ ਹੈ, ਜਿਸ ਸਰੀਰ ਨੇ ਕਦੀ ਜ਼ਿੰਦਗੀ 'ਚ ਪਰਉਪਕਾਰ ਹੀ ਨਹੀਂ ਕੀਤਾ, ਉਹ ਬੇਕਾਰ ਹੈ। ਜੇ ਪਰਉਪਕਾਰ ਨਹੀਂ ਤਾਂ ਬੇਕਾਰ ਹੈ। ਮਿਥਿਆ ਤਨ ਨਹੀਂ ਪਰ ਉਪਕਾਰਾ। ਭਾਈ ਗੁਰਦਾਸ ਜੀ ਨੇ ਆਖਿਆ ਹੈ, ਹਉ ਤਿਸ ਦੇ ਚੌਖੰਨੀਏ, ਪਰ ਉਪਕਾਰ ਕਰੇ ਰੰਗ ਮਾਣੇ। ਉਪਕਾਰੀ ਜਨ ਦੀਆਂ ਵੀ ਕੁਝ ਸ਼੍ਰੇਣੀਆਂ ਹਨ। ਮੋਟੇ ਤੌਰ ਤੇ ਇੱਕ ਉਹ ਲੋਕ ਨੇ ਜਿਹੜੇ ਦੂਜੇ ਦਾ ਭਲਾ ਕਰਦੇ ਨੇ, ਪਰ ਜੇ ਨਾਲ ਆਪਣਾ ਭਲਾ ਵੀ ਹੁੰਦਾ ਹੋਵੇ, ਇੱਕ ਸ਼੍ਰੇਣੀ ਉਹ ਹੈ। ਦੂਜੀ ਇਸ ਤੋਂ ਇੱਕ ਕਦਮ ਅੱਗੇ ਹੈ ਕਿ ਚਲੋ ਆਪਣਾ ਫਾਇਦਾ ਨਾ ਵੀ ਸਹੀ, ਪਰ ਦੂਜੇ ਦਾ ਫਾਇਦਾ ਕਰਦਿਆਂ ਮੇਰਾ ਨੁਕਸਾਨ ਨਾ ਹੋਵੇ ਤਾਂ ਵੀ ਠੀਕ। ਤੀਜੇ ਉਹ ਨੇ ਜੇ ਆਪਣਾ ਨੁਕਸਾਨ ਵੀ ਕਿਸੇ ਵੇਲੇ ਹੁੰਦਾ ਹੈ ਤਾਂ ਵੀ ਉਹ ਭਲਾ ਕਰਦੇ ਨੇ, ਪਰ ਉਪਕਾਰ ਕਮਾਉਂਦੇ ਨੇ। ਅਵਗੁਣ ਕੀਤੇ ਗੁਣ ਕਰਨ ਜਗ ਸਾਧ ਵਿਰਲਿਆ, ਪਰ ਉਹ ਵਿਰਲੇ ਜਨ ਹਨ। ਉਹ ਹਮੇਸ਼ਾ ਹੀ ਪਰਉਪਕਾਰ ਦੀ ਸੋਚਦੇ ਹਨ। ਬਿਰਸ਼ ਦੀ ਮਿਸਾਲ ਐਵੇਂ ਨਹੀਂ ਸੀ। ਹੇਠਾਂ ਬੈਠੇ ਮਨੁੱਖ ਨੇ ਛਾਇਆ ਵੀ ਮਾਣੀ ਅੰਬ ਦੇ ਬੂਟੇ ਦੀ, ਕੋਇਲਾਂ ਦੇ ਗੀਤ ਵੀ ਸੁਣੇ, ਕੁਝ ਦੇਰ ਆਰਾਮ ਵੀ ਕੀਤਾ, ਤੇ ਫਿਰ ਚੁੱਕਿਆ ਹੇਠੋਂ ਪੱਥਰ ਵੱਟਾ ਤੇ ਉੱਪਰ ਮਾਰਿਆ ਉਸੇ ਬਿਰਸ਼ ਨੂੰ ਜਿਹਦੀ ਛਾਇਆ ਮਾਣੀ ਸੀ। ਉਹਨੇ ਫਿਰ ਉੱਤੋਂ ਫਲ ਸੁੱਟ ਦਿੱਤਾ, ਲੈ ਖਾ ਲੈ। ਫਲ ਦੇ ਵੱਟ ਵਗਾਇਆ। ਇਹ ਪਰਉਪਕਾਰੀ ਬਿਰਤੀ ਹੈ। ਕਬੀਰ ਜੀ ਕਹਿੰਦੇ ਨੇ, ਇਸ ਤਰ੍ਹਾਂ ਦਾ ਜਿਸ ਦਾ ਜੀਵਨ ਹੈ, ਉਸ ਦਾ ਸੰਸਾਰ ਤੇ ਆਉਣਾ ਸਫਲ ਹੈ। ਉਹ ਸਦਾ ਜਿਉਂਦਾ ਹੈ। ਕਬੀਰ ਦਾਤਾ ਤਰਵਰ, ਉਹ ਦਾਨ ਦੇਣ ਵਾਲਾ, ਪ੍ਰਭੂ ਨਾਮ ਦੀ ਦਾਤ ਵੰਡਣ ਵਾਲਾ ਇਸ ਸੰਸਾਰ ਨੂੰ ਸੋਹਣਾ ਰੁੱਖ ਹੈ। ਦਇਆ ਦੀ ਦਾਤ ਉਸ ਪਾਸੋਂ ਪ੍ਰਾਪਤ ਹੁੰਦੀ ਹੈ। ਉਹ ਹਰ ਇੱਕ ਤੇ ਮਿਹਰਬਾਨੀ ਕਰਦਾ ਹੈ। ਇਹ ਉਸ ਦਾ ਫਲ ਹੈ। ਉਪਕਾਰੀ ਹੈ, ਰੂਹਾਨੀਅਤ ਦੀ ਜ਼ਿੰਦਗੀ ਜਿਉਣ ਵਾਲਾ ਹੈ। ਆਮ ਲੋਕ ਤਾਂ ਧੰਦਿਆਂ 'ਚ ਪਏ ਹੋਏ ਮਰ ਰਹੇ ਨੇ, ਪਰ ਸਾਧੂ ਅਜਿਹਾ ਨਹੀਂ। ਉਸਨੇ ਆਪ ਵੀ ਅੰਦਰੂਨੀ ਜੀਵਨ ਜਾਣਿਆ। ਉਹ ਜੀਵਨ ਨੂੰ ਜਾਣਨ ਮਾਨਣ ਦੀ ਜਾਚ ਸਿਖਾਉਂਦਾ ਵੀ ਹੈ। ਪੰਖੀ ਚੱਲੇ ਦਿਸਾਵਰੀ, ਬਿਰਖਾ ਸੁਫਲ ਫਲੰਤ। ਇਸ ਸੰਸਾਰ ਰੁੱਖ ਦੇ ਪੰਛੀ ਹੋਰ ਦਿਸ਼ਾ ਵੱਲ ਧੰਦਿਆਂ ਵਿੱਚ ਲੱਗੇ ਹੋਏ ਨੇ, ਪਰ ਇਹ ਬਿਰਸ਼ ਫਲ ਸਹਿਤ ਹੈ, ਪਰਉਪਕਾਰ ਕਰਦਾ ਹੈ। ਫਲਦਾ ਫੁੱਲਦਾ ਵੀ ਹੈ ਤੇ ਫਲ ਵੰਡਦਾ ਵੀ ਹੈ। ਪੰਛੀ ਆਏ, ਉਡਾਰੀ ਭਰ ਕੇ ਚਲੇ ਗਏ। ਸਾਧੂ ਦਇਆਵਾਨ ਹੈ ਤੇ ਹਮੇਸ਼ਾ ਦਇਆ ਵੰਡਦਾ ਹੈ। ਵਾਹਿਗੁਰੂ ਕਿਰਪਾ ਕਰੇ ਅਸੀਂ ਇਸ ਛਾਇਆ ਦਾ ਆਨੰਦ ਵੀ ਮਾਣੀਏ
ਤੇ ਆਪਣਾ ਜੀਵਨ ਵੀ ਐਸਾ ਬਣਾ ਸਕੀਏ ਜਿਸ ਵਿੱਚ ਪਰਉਪਕਾਰ ਭਰ ਜਾਏ ਤੇ ਸੀਤਲ ਛਾਇਆ ਗਹਿਰ ਫਲ ਵਾਲੇ ਗੁਣ ਸਾਡੇ ਵਿੱਚ ਵੀ ਆ ਸਕਣ। ਭੁੱਲਾਂ ਖਿਮਾ ਕਰਨੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।